ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। A1 ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਖੋਜ ਦਰਪਣ ਦੇ ਵਿੱਚ। ਦਰਸ਼ਕੋ, ਪਿਛਲੇ ਸੈਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਦਸਮ ਬਾਣੀ ਦੇ ਉੱਪਰ। ਗੈਰ ਗੰਭੀਰ ਵਿਸ਼ਾ ਸੀ ਤੇ ਇਹ ਵਿਸ਼ੇ ਨੂੰ ਵਿਦਵਾਨਾਂ ਨੇ ਬੜੇ ਹੀ ਪ੍ਰਮਾਣਾਂ ਦੇ ਨਾਲ, ਹਵਾਲਿਆਂ ਦੇ ਨਾਲ ਖੋਲ੍ਹਿਆ ਹੈ। ਬੜੇ ਹੀ ਤੱਥ ਸਾਡੇ ਸਾਹਮਣੇ ਨਿਕਲ ਕੇ ਅੱਗੇ ਆਏ ਹਨ ਤੇ ਹੁਣ ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਗੱਲ ਕਰਾਂਗੇ ਦਸਮ ਬਾਣੀ ਦੀਆਂ ਬੀੜਾਂ ਦੀ। ਉਹ ਬੀੜਾਂ ਜੋ ਪ੍ਰਮਾਣਿਕ ਮੰਨੀਆਂ ਜਾਂਦੀਆਂ ਨੇ ਤੇ ਉਹ ਬੀੜਾਂ ਦੀ ਗਿਣਤੀ ਕਿੰਨੀ ਹੈ, ਉਹ ਬੀੜਾਂ ਕਿੱਥੇ ਕਿੱਥੇ ਸੁਭਾਏਮਨ ਹਨ ਤੇ ਉਹਨਾਂ ਬੀੜਾਂ ਦੇ ਵਿੱਚ ਕੀ ਰਹੱਸ ਜਾਂ ਖਜ਼ਾਨਾ ਜਾਂ ਭਿੰਨਤਾਵਾਂ ਜਾਂ ਸਮਾਨਤਾਵਾਂ ਹਨ। ਉਹਨਾਂ ਸਭ ਬੀੜਾਂ ਬਾਰੇ ਜਾਣਕਾਰੀ ਆਪਾਂ ਲਵਾਂਗੇ ਜੀ। ਸਾਡੇ ਨਾਲ ਮੌਜੂਦ ਨੇ ਸਾਰੇ ਹੀ ਵਿਦਵਾਨ ਜਨ। ਸੋ ਸ਼ੁਰੂ ਕਰਦੇ ਹਾਂ ਜੀ ਸਾਡਾ ਦੂਜਾ ਸੈਸ਼ਨ। ਗਿਆਨੀ ਜਸਵੀਰ ਸਿੰਘ ਜੀ, ਜੋ ਦਸਮ ਬਾਣੀ ਦੀਆਂ ਬੀੜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਮੇਂ ਤੋਂ ਮਿਲਦੀਆਂ ਹਨ, ਦਰਸ਼ਕਾਂ ਦੇ ਨਾਲ ਆਪ ਜੀ ਜਾਣਕਾਰੀ ਸਾਂਝੀ ਕਰੋ ਕਿ ਕਿੰਨੀਆਂ ਕੁ ਬੀੜਾਂ ਨੇ ਜੋ ਸਾਨੂੰ ਮਿਲਦੀਆਂ ਨੇ, ਕਿਉਂਕਿ ਜੋ ਸਾਡਾ ਸਿੱਖ ਇਤਿਹਾਸ ਹੈ ਕਿ M ਸ਼ਬਦਾਲੀ ਆਇਆ, ਉਸਨੇ ਕਿੰਨਾ ਹੀ ਸਾਡਾ ਸਿੱਖ ਸਾਹਿਤ ਨਸ਼ਟ ਕੀਤਾ। ਦਰਿਆਵਾਂ ਦੇ ਵਿੱਚ ਬੀੜਾਂ ਰੋੜੀਆਂ, ਅੱਗ ਨਾਲ ਸਾੜੀਆਂ। ਉਸ ਤੋਂ ਬਾਅਦ ਅੱਗੇ ਮੀਰ ਮੰਨੂ ਨੇ ਵੀ ਇਸ ਤਰ੍ਹਾਂ ਕੀਤਾ। ਭਾਵੇਂ 84 ਦਾ ਸਮਾਂ ਆਇਆ, ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜੀ ਗਈ, ਪਰ ਤਾਂ ਵੀ ਜੋ ਕਹਿ ਲਓ ਕਿ ਪੰਥ ਦੀ ਇਹ ਖੁਸ਼ਕਿਸਮਤੀ ਰਹੀ ਹੈ ਕਿ ਕੁਝ ਕੁ ਬੀੜਾਂ ਜੋ ਪੁਰਾਤਨ ਸਾਹਿਤ ਸਾਡੇ ਕੋਲ ਉਹ ਬਚਿਆ ਰਿਹਾ। ਅਤੇ ਉਹ ਪੁਰਾਤਨ ਸਾਹਿਤ ਦੇ ਵਿੱਚੋਂ ਦਸਮ ਬਾਣੀ ਦਾ ਜਿਹੜਾ ਸਾਹਿਤ ਹੈ ਹੱਥ ਲਿਖਤ, ਉਹਦੇ ਵਿੱਚੋਂ ਕਿੰਨੀਆਂ ਕੁ ਬੀੜਾਂ ਜੋ ਹੁਣ ਆਪਾਂ ਨੂੰ ਮਿਲਦੀਆਂ ਹਨ। ਹਾਂਜੀ, ਜਿਵੇਂ ਆਪਾਂ ਸ਼ੁਰੂ 'ਚ ਪਹਿਲਾਂ ਹੀ ਗਿਆਨੀ ਹਰਦੀਪ ਸਿੰਘ ਜੀ ਵਿਦਿਆ ਗੁਰੂ ਉਹਨਾਂ ਨੇ ਦੱਸਿਆ ਸੀ ਜੀ, ਸੰਤ ਜੀ ਨੇ ਦੱਸਿਆ ਸੀ ਵੀ ਇਹ ਜਿਹੜਾ ਸਿਲਸਿਲਾ ਪੌਂਟਾ ਸਾਹਿਬ ਤੋਂ ਆਰੰਭ ਹੋਇਆ ਜੀ, ਦਸਮ ਬਾਣੀ ਦੇ ਲਿਖਣ ਜੀ, ਜਾਂ ਆਨੰਦਪੁਰ ਸਾਹਿਬ ਤੋਂ ਹੋਇਆ, ਪੌਂਟਾ ਸਾਹਿਬ, ਦਮਦਮਾ ਸਾਹਿਬ ਤੇ ਹਜੂਰ ਸਾਹਿਬ ਤੱਕ ਸਾਹਿਬ ਜੀ ਦੇ ਨਾਲ ਸਿੱਖਾਂ ਨੇ ਜਾਰੀ ਰੱਖਿਆ ਜੀ। ਤਾਂ ਸਤਿਗੁਰੂ ਜੀ ਦੇ ਸੱਚਖੰਡ ਪਿਆਨਾ ਤੋਂ ਬਾਅਦ ਵਿੱਚ ਸਭ ਤੋਂ ਜਿਹੜੀ ਪਹਿਲੀ ਬੀੜ ਹੈ ਉਹ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ ਜੀ। ਦਸਮ ਦੀ ਸਭ ਤੋਂ ਪਹਿਲੀ ਬੀੜ। ਹੁਣ ਆਪਣੇ ਕੋਲ ਵੈਸੇ ਤਾਂ ਸੈਂਕੜੇ ਹੀ ਬੀੜਾਂ ਹਨ, ਦਸਮ ਜੀ ਦੀਆਂ ਸੈਂਕੜੇ ਬੀੜਾਂ ਹਨ ਇਸ ਟਾਈਮ ਹੱਥ ਲਿਖ ਜੀ। ਉਹਨਾਂ ਵਿੱਚੋਂ ਸਾਡੀ ਖੋਜ ਦੇ ਵਿੱਚ ਜਿੰਨੀਆਂ ਕੁ ਬੀੜਾਂ ਪ੍ਰਮਾਣਿਕ ਆਈਆਂ, ਉਹਦੇ ਵਿੱਚ ਭਾਈ ਮਨੀ ਸਿੰਘ ਜੀ ਦੀ ਬੀੜ, ਬਾਬਾ ਦੀਪ ਸਿੰਘ ਜੀ ਦੀ ਬੀੜ, ਭਾਈ ਜੀਤ ਸਿੰਘ ਜੀ ਦੀ ਬੀੜ। ਭਾਈ ਜੀਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਵਿੱਚੋਂ ਸਿੰਘ ਨੇ ਜੀ, ਤੇ ਬਾਬਾ ਨਾਥਾ ਸਿੰਘ ਜੀ ਦੀ ਬੀੜ। ਇਹ ਬੀੜ ਸਤਿਗੁਰੂ ਜੀ ਦੇ ਬਾਬਾ ਨਾਥਾ ਸਿੰਘ ਜੀ ਜਦੋਂ ਸਤਿਗੁਰੂ ਜੀ ਚੱਲਦੇ ਸਨ ਤੇ ਅੱਗੇ ਨਗਾਰਾ ਵਜਾਉਂਦੇ ਹੁੰਦੇ ਸੀ। ਭਾਈ ਕਾਨ ਸਿੰਘ ਜੀ ਨੇ ਵੱਡੇ ਗੁਰਮੁਖ ਲਿਖਿਆ ਇਹਨਾਂ ਨੂੰ, ਉਹਨਾਂ ਦੇ ਹੱਥਾਂ ਦੀ ਲਿਖੀ ਹੋਈ ਬੀੜ, ਜਿਨ੍ਹਾਂ ਦਾ ਸਥਾਨ ਕਪੂਰਗੜ੍ਹ, ਹਾਂ ਕਪੂਰਗੜ੍ਹ ਜਿਹੜਾ ਸਥਾਨ ਹੈ। ਤੇ ਆਨੰਦਪੁਰੀ ਬੀੜ, ਸੰਗਰੂਰ ਬਾੜੀ ਬੀੜ, ਗਿਆਨੀ ਗੁਰਮੁਖ ਸਿੰਘ ਜੀ ਦੀ ਇੱਕ ਲਿਖੀ ਹੋਈ ਬੀੜ। ਫਿਰ ਮਿਸਲ ਪਟਣੇ ਦੀ ਜੋ ਬੀੜ ਸੀ ਉਹਦਾ ਉਤਾਰਾ। ਇਹ ਬੀੜ ਅੱਜ ਕੱਲ ਅੰਮ੍ਰਿਤਸਰ ਸਾਹਿਬ ਵਿਖੇ ਸੁਭਾਈਮਾਨ ਹੈ ਜੀ। ਸੋ ਇਸ ਤੋਂ ਅੱਗੇ ਫਿਰ ਭਾਈ ਪਰਮ ਸਿੰਘ ਜੀ ਦੀ ਇੱਕ ਪੋਥੀ ਹੈ। ਭਾਈ ਪਰਮ ਸਿੰਘ ਜੀ ਸਤਿਗੁਰੂ ਜੀ ਦੇ ਹਜ਼ੂਰੀਏ ਸੇਵਕ ਸਨ ਜੀ। ਤੇ ਇਸ ਤੋਂ ਬਾਅਦ ਵਿੱਚ ਫਿਰ ਸਿੱਖ ਰਾਜ ਸਮੇਂ ਦੀ ਇੱਕ ਸੁਨਹਿਰੀ ਬੀੜ, ਇਹਨੂੰ ਵੀ ਬੜੀ ਮਾਨਤਾ ਮਿਲੀ ਸਿੱਖ ਜਗਤ ਦੇ ਵਿੱਚ। ਇਸ ਤੋਂ ਅੱਗੇ ਤਖਤ ਸ੍ਰੀ ਹਰਿਮੰਦਰ ਜੀ ਦੇ ਮਹੰਤ ਜਥੇਦਾਰ ਬਾਬਾ ਸੁੱਖਾ ਸਿੰਘ ਜੀ ਦੁਆਰਾ ਲਿਖੀ ਹੋਈ ਬੀੜ ਜੀ। ਇਹ ਲਗਭਗ 13 ਬੀੜਾਂ ਨੇ। ਇਹ 13 ਬੀੜਾਂ ਦੇ ਵਿੱਚੋਂ ਸਾਡੇ ਕੋਲ ਸਾਰੇ ਹੀ ਮਹਾਂਪੁਰਖਾਂ ਦੇ ਕੋਲ ਇਸ ਸਮੇਂ 11 ਬੀੜਾਂ ਸਾਡੇ ਕੋਲ ਮੌਜੂਦ ਨੇ ਜੀ। ਹਾਂਜੀ, ਤੇ ਯਾਨੀ ਕਿ ਬਾਕੀ ਜੋ ਬੀੜਾਂ ਦੇ ਵਿੱਚੋਂ ਇਹਨਾਂ 13 ਬੀੜਾਂ ਨੂੰ ਮੁੱਖ ਤੌਰ ਤੇ ਪ੍ਰਮਾਣਿਕ ਆਪਾਂ ਮੰਨ ਸਕਦੇ ਹਾਂ ਜੀ। ਠੀਕ ਹੈ ਗਿਆਨੀ ਹਰਦੀਪ ਸਿੰਘ ਜੀ, ਆਪ ਜੀ ਜੋ ਇਹਨਾਂ ਬੀੜਾਂ ਦੀ ਗੱਲ ਹੋਈ ਹੈ, ਇਹਨਾਂ ਬੀੜਾਂ ਦੇ ਸੰਮਤ ਜਾਂ ਇਹਨਾਂ ਬੀੜਾਂ ਬਾਰੇ ਆਪ ਜੀ ਅੱਗੇ ਜਾਣਕਾਰੀ ਦਿਓ ਜੀ। ਇਹਨਾਂ ਬੀੜਾਂ ਬਾਰੇ ਬਹੁਤ ਸਾਰੀਆਂ ਬੀੜਾਂ ਨੇ ਜਿਨ੍ਹਾਂ ਦੇ ਉੱਤੇ ਨਾ ਤਾਂ ਲਿਖਾਰੀ ਨੇ ਨਾਮ ਲਿਖਿਆ ਤੇ ਨਾ ਹੀ ਉਹਨਾਂ ਦੇ ਉੱਤੇ ਸੰਸਮਤ ਲਿਖੇ ਨੇ ਜੀ। ਪਰ ਕੁਝ ਬੀੜਾਂ ਨੇ ਜਿਨ੍ਹਾਂ ਦੇ ਉੱਤੇ ਤਰੀਕਾਂ ਲਿਖੀਆਂ ਗਈਆਂ ਨੇ ਜੀ। ਜਿਵੇਂ ਇੱਕ ਸਰਬਲੋ ਦੀ ਲਿਖਤੀ ਬੀੜ ਆ, ਉਹ 1755 ਦੀ ਆ ਬਿਕਰਮੀ ਦੀ ਜੀ। ਭਾਵ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਵੀ 10 ਸਾਲ ਪਹਿਲਾਂ ਦੀ ਆ। ਵਾਹ। ਉਹਦੇ ਵਿੱਚ ਦਸਮ ਪਾਤਸ਼ਾਹ ਦੀ ਦਸਮ ਗ੍ਰੰਥ ਦੀ ਬਾਣੀ ਵੀ ਆ ਤੇ ਸਰਬਲੋ ਦੀ ਬਾਣੀ ਵੀ ਆ, ਉਹ ਵੀ ਕਿਸੇ ਗੁਰਸਿੱਖ ਦੀ ਲਿਖੀ ਹੋਈ ਆ। ਇਸੇ ਤਰ੍ਹਾਂ 1760 ਦੇ ਵਿੱਚ
ਸੁੱਖਾ ਸਿੰਘ ਜੀ ਮਹੰਤ ਜਿਹੜੇ ਪਟਨਾ ਸਾਹਿਬ ਦੇ ਪਹਿਲੇ ਮਹੰਤ ਹੋਏ ਨੇ ਜੀ, ਉਦੋਂ ਜਥੇਦਾਰ ਨੂੰ ਮਹੰਤ ਕਹਿੰਦੇ ਸੀ ਜੀ। ਹੁਣ ਅੱਜ ਕੱਲ੍ਹ ਦੀ ਸ਼ਬਦਾਵਲੀ 'ਚ ਜਥੇਦਾਰ ਕਿਹਾ ਜਾਂਦਾ ਜਿਹੜਾ ਮੁਖੀ ਹੋਵੇ। ਉਹਨਾਂ ਦੀ ਲਿਖੀ ਹੋਈ ਬੀੜ 1755 ਦੀ ਆ। ਭਾਈ ਮਨੀ ਸਿੰਘ ਜੀ ਸ਼ਹੀਦ ਜਿਹੜੇ ਨੇ, ਇਹਨਾਂ ਦੀ ਜਿਹੜੀ ਬੀੜ ਦਿੱਲੀ ਵਿੱਚ ਬਿਰਾਜਮਾਨ ਆ ਉਹ 1770 ਦੀ ਆ। ਬਿਕਰਮੀ ਸੰਮਤ ਦੀ ਬਿਕਰਮੀ, ਮੈਂ ਸਾਰੇ ਸੰਮਤ ਬਿਕਰਮੀ ਦੱਸਦਾ, ਮੈਂ ਈਸਾ ਮਸੀਹ ਦਾ ਚੇਲਾ ਨਹੀਂ। ਜੀ। ਅੱਜ ਕੱਲ੍ਹ ਜਿੰਨੇ ਵੀ ਵਿਦਵਾਨ ਨੇ ਉਹ ਸਾਰੇ ਈਸਾ ਨੂੰ ਮੁਖਤਿਆਰੀ ਦਿੰਦੇ ਨੇ। ਜੀ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਰਹਿਤਨਾਮੇ ਵਿੱਚ ਲਿਖਿਆ ਕਿ ਗੁਰੂ ਘਰ ਦੇ ਵਿੱਚ ਕਥਾ ਗੁਰਸਿੱਖ ਕਰ ਸਕਦਾ ਤੇ ਗੁਰੂ ਘਰ ਦੇ ਵਿੱਚ ਗੁਰਮਤ ਦੇ ਹੀ ਤਿਉਹਾਰ ਮਨਾਏ ਜਾ ਸਕਦੇ ਨੇ। ਜੀ। ਜਦੋਂ ਕਿ ਅੱਜ ਸਾਡੀ ਬਦਕਿਸਮਤੀ ਇਹ ਹੈ, ਢਹਿੰਦੀ ਕਲਾ ਦੀ ਨਿਸ਼ਾਨੀ, ਜੀ, ਕਿ ਗੁਰਦੁਆਰਿਆਂ ਦੇ ਵਿੱਚ ਈਸਾ ਮਸੀਹ ਦੇ ਦਿਨ ਮਨਾਏ ਜਾ ਰਹੇ ਨੇ। ਜੀ। ਜਿਵੇਂ ਨਵਾਂ ਸਾਲ ਜਿਹੜਾ ਵਾ ਈਸਵੀ ਸਾਲ, ਉਹ ਈਸਾ ਨਾਲ ਸੰਬੰਧ ਰੱਖਦਾ। ਜੀ। ਨਾ ਤਾਂ ਆਦਿ ਦੀ ਬਾਣੀ ਵਿੱਚ ਨਾ ਦਸਮ ਦੀ ਬਾਣੀ ਦੇ ਵਿੱਚ ਕੋਈ ਈਸਾ ਦਾ ਜ਼ਿਕਰ ਆ, ਨਾ ਉਹਦਾ ਕੋਈ ਸੰਮਤ ਲਿਖਿਆ। ਜੀ। ਗੁਰੂ ਸਾਹਿਬ ਨੇ ਸਾਰੇ ਬਿਕਰਮੀ ਸੰਮਤ ਤੇ ਦੇਸੀ ਮਹੀਨੇ ਵਰਤੇ ਨੇ ਜਾਂ ਵਧੀਆਂ ਸੁਧੀਆਂ ਵਰਤੀਆਂ ਨੇ। ਜੀ। ਇਸ ਕਰਕੇ ਦਸਾਂ ਹੀ ਗੁਰੂਆਂ ਦੇ ਜਿੰਨੇ ਗੁਰਪੁਰਬ ਨੇ ਉਹ ਵਧੀ ਸੁਧੀ ਨਾਲ ਨੇ। ਜਿੰਨੇ ਸ਼ਹੀਦਾਂ ਸਿੰਘਾਂ ਦੇ ਦਿਨ ਦਿਹਾੜ ਨੇ ਉਹ ਮਹੀਨਿਆਂ ਦੇ ਨਾਂ ਨੇ, ਜਿਵੇਂ 5 ਚੇਤ ਨੂੰ, ਕੋਈ 8 ਚੇਤ ਨੂੰ, ਕੋਈ 5 ਹਾੜ ਨੂੰ ਮੇਲਾ। ਜੀ। ਪਰ ਹੁਣ ਦੇ ਯੁੱਗ ਦੇ ਵਿੱਚ ਸਾਰੀਆਂ ਤਰੀਕਾਂ ਬਦਲ ਕੇ ਤੇ ਲੋਕਾਂ ਨੇ ਅੰਗਰੇਜ਼ੀ ਤਰੀਕਾਂ ਪ੍ਰਚਲਿਤ ਕਰ ਦਿੱਤੀਆਂ। ਰੋ ਵਿਚਾਰ ਜੀ। ਆਮ ਲੋਕਾਂ ਦੇ ਵਿੱਚ, ਅਸੀਂ ਜਦੋਂ ਲੰਡਨ ਗਏ ਇੱਕ ਵਾਰ ਵੀਜ਼ਾ ਲਵਾਉਣ, ਤੇ 2 ਗੋਰਿਆਂ ਦੀ ਇਦਾਂ ਫੋਟੋ ਆ ਉੱਥੇ। ਮੈਂ ਪੁੱਛਿਆ ਵੀ ਇਹ ਕੌਣ ਨੇ? ਕਹਿੰਦੇ ਇਹ 2 ਅੰਗਰੇਜ਼ ਨੇ ਜਿਨ੍ਹਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਸਾਰੀ ਦੁਨੀਆ ਦੇ ਵਿੱਚ ਈਸਾ ਮਸੀਹ ਦਾ ਪ੍ਰਚਾਰ ਕਰਾਂਗੇ। ਜੀ। ਸਾਰੇ ਲੋਕ, ਸਾਰੀ ਦੁਨੀਆ 'ਚ ਅੰਗਰੇਜ਼ੀ ਦਾ ਪ੍ਰਚਾਰ ਹੋਊਗਾ, ਸਾਰੇ ਹੀ ਇੰਗਲਿਸ਼ ਬਾਣਾ ਪਹਿਨਣਗੇ, ਸਾਰੇ ਇੰਗਲਿਸ਼ ਖਾਣਾ ਖਾਣਗੇ। ਜੀ। ਉਹ ਗੱਲ ਅੱਜ ਸੱਚ ਹੋ ਰਹੀ ਆ। ਬਿਲਕੁਲ। ਸੱਚਖੰਡ ਹਜੂਰ ਸਾਹਿਬ ਦੇ ਵਿੱਚ ਜਦੋਂ ਪਹਿਲੀ ਵਾਰ ਨਵਾਂ ਸਾਲ ਮਨਾਇਆ ਗਿਆ ਤੇ ਉਹ ਜਿਹੜੇ ਪ੍ਰੇਮੀ ਮਨਾਉਂਦੇ ਨੇ ਹੁਣ ਵੀ, ਉਹਨਾਂ ਨੇ ਮਸਕੀਨ ਜੀ ਨੂੰ ਸੱਦਿਆ ਕਥਾ ਕਰਨ ਵਾਸਤੇ। ਜੀ। ਤੇ ਮਸਕੀਨ ਜੀ ਨੇ ਬੜੇ ਕਰੜੇ ਸ਼ਬਦਾਂ 'ਚ ਇਸ ਗੱਲ ਦਾ ਵਿਰੋਧ ਕੀਤਾ ਕਿ ਕੀਰਤਨ ਦਰਬਾਰ ਕਰੋ, ਤੁਸੀਂ ਕਥਾ ਕਰਾਓ, ਪਰ ਆ ਜਿਹੜਾ ਇੰਨਾ ਤੁਸੀਂ ਜਲਾਓ ਪੈਦਾ ਕੀਤਾ ਇਹ ਗਲਤ ਆ। ਜੀ। ਉਨੀ ਸਜਾਵਟ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਤੇ ਨਹੀਂ ਹੁੰਦੀ ਜੀ। ਜਿੰਨੀ 1 ਜਨਵਰੀ ਵਾਲੇ ਦਿਨ 31 ਦਸੰਬਰ ਨੂੰ ਦਰਬਾਰ ਨੂੰ ਸਜਾਇਆ ਜਾਂਦਾ। ਜੀ। ਸਜਾਉਣ ਦਾ ਕੋਈ ਮਤਲਬ ਹੀ ਨਹੀਂ, ਉਹ ਸਾਡਾ ਦਿਨ ਹੀ ਨਹੀਂ, ਸਾਡਾ ਸਾਲ ਹੀ ਨਹੀਂ। ਸ਼੍ਰੋਮਣੀ ਕਮੇਟੀ ਨੇ ਵੀ ਮਤਾ ਪਾਸ ਕੀਤਾ ਵੀ ਸਾਡਾ ਨਵਾਂ ਸਾਲ ਤਾਂ ਚੇਤ ਤੋਂ ਸ਼ੁਰੂ ਹੁੰਦਾ ਤੇ ਵਧੀ ਸੁਧੀ ਦਾ ਸਾਲ ਜਿਹੜਾ ਵਾ ਨਰਾਤਿਆਂ ਤੋਂ ਸ਼ੁਰੂ ਹੁੰਦਾ। ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਨਵਾਂ ਸਾਲ ਜਿਹੜਾ ਮਨਾਉਣਾ, ਜਾਂ ਤੇ ਉਹ ਦੇਸੀ ਮਨਾਉਣ, ਜੇ ਨਹੀਂ ਤੇ ਉਦੋਂ ਕਥਾ ਕੀਰਤਨ ਜ਼ਰੂਰ ਹੋਵੇ, ਪਰ ਜਿਹੜੀ ਬਹੁਤੀ ਪ੍ਰਦਰਸ਼ਨੀ ਆ, ਸਜਾਵਟ ਕਰਨੀ ਆ, ਇਹ ਬਿਲਕੁਲ ਗਲਤ ਆ। ਸੋ ਇਸ ਕਰਕੇ ਮੈਂ ਜਿਹੜੇ ਸੰਮਤ ਬੋਲਦਾ ਉਹ ਸਾਰੇ ਹੀ ਬਿਕਰਮੀ ਸੰਮਤ ਹੋਣਗੇ। ਜੀ। ਕਿਉਂਕਿ ਈਸਵੀ ਨਾਲ ਸਾਡਾ ਕੋਈ ਮਤਲਬ ਨਹੀਂ। ਸੰਗਤ ਨੂੰ ਇੱਕ ਬੇਨਤੀ ਹੈ, ਜਿਹੜੇ ਇੰਟਰਵਿਊ ਸੁਣ ਰਹੇ ਆ, ਜੀ, ਇਹ 1770 ਸੰਮਤ ਦੀ ਜਿੱਥੇ ਗੱਲ ਹੋਈ ਹੈ, ਜਿਹੜਾ ਈਸਵੀ ਸਨ ਹੈ ਉਹ ਇਹਦੇ ਤੋਂ 57 ਸਾਲ ਪਿੱਛੇ ਚੱਲਦਾ। ਜੀ। ਕਈ ਵਾਰ ਸੁਣਨ ਵਾਲਾ ਬੰਦਾ ਕੋਈ ਐਸਟੀਮੇਟ ਲਾ ਸਕਦਾ ਜੀ ਵਕਫਾ ਕਿੰਨਾ। ਜੀ। ਉਹ ਇਸ ਚੀਜ਼ ਨੂੰ ਸਮਝ ਲੈਣ, ਇਸ ਕਰਕੇ ਇਹਦਾ ਜ਼ਿਕਰ ਕਰਨਾ ਵਿੱਚ ਜ਼ਰੂਰੀ ਸੀ। ਗਿਆਨੀ ਜੀ ਨੇ ਬਹੁਤ ਸੁਣਾ। ਇਹ ਬੜਾ ਵਧੀਆ ਦਰਸ਼ਕਾਂ ਵਾਸਤੇ ਵੀ ਜਾਣਕਾਰੀ ਹੈ ਕਿ ਬਿਕਰਮੀ ਔਰ ਈਸਵੀ ਦਾ ਨਖੇੜਾ ਕਿਵੇਂ ਕਰੀਏ। ਜੇ ਈਸਵੀ ਆਪਾਂ ਸੰਨ ਲਿਆਣਾ ਹੈ ਤਾਂ ਬਿਕਰਮੀ ਸੰਨ ਤੋਂ 57 ਸਾਲ ਘਟਾ ਲਏ ਜਾਣ। ਕਿਤੇ ਦਰਸ਼ਕਾਂ ਦੇ ਮਨਾਂ 'ਚ ਭੁਲੇਖਾ ਨਾ ਲਏ ਕਿ 1708 ਦੇ ਵਿੱਚ ਤਾਂ ਮਹਾਰਾਜ ਜੀ ਸੱਚਖੰਡ ਪਿਆਨਾ ਕਰਦੇ ਨੇ ਤੇ ਬੀੜਾ 1770 ਈਸਵੀ ਨਹੀਂ ਆ, ਉੱਥੇ ਬਿਕਰਮੀ ਹੈ। ਤੇ ਦਸਮ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੰਨੀਆਂ ਵੀ ਤਰੀਕਾਂ ਨੇ ਉਹ ਬਿਕਰਮੀ ਹੀ ਹੈ, ਚਾਹੇ ਆਵਨ 78 ਹੈ, ਜਾਨ 97 ਹੈ ਜਾਂ ਸੰਮਤ 17 ਸੈ 45 ਹੈ, ਸਾਵਨ ਸੁਦ ਦੀਪ, ਉਹ ਸਾਰੀਆਂ ਜਿਹੜੀਆਂ ਉਹ ਬਿਕਰਮੀ ਹੀ ਚੱਲਣਗੀਆਂ। ਜੇ ਉਹਨੂੰ ਦੇਖਣਾ ਹੋਵੇ ਕਿਸੇ ਨੇ ਤੇ 57 ਸਾਲ ਘਟਾ ਲਈਏ ਤੇ ਉਹ ਜਿਹੜੀ ਬੀਰ ਆ 1713 ਦੀ ਬਣੀ ਜੀ। 57 ਸਾਲ, ਇਹ ਦਰਸ਼ਕ ਖਾਸ ਤੌਰ ਤੇ ਨੋਟ ਕਰਨ ਕਿ 57 ਸਾਲ ਘਟਾ ਲਏ ਜਾਣ ਤਾਂ ਈਸਵੀ ਬਣਦਾ ਤੋਂ ਕੁਝ ਸਮਾਂ ਬਾਅਦ ਦੀ, ਜੀ। ਯਾਨੀ ਕਿ ਜੋਤੀ ਜੋਤ ਦੇ ਬਿਲਕੁਲ ਨਜ਼ਦੀਕ। ਬਿਲਕੁਲ ਜੀ। 5 ਸਾਲ ਜੀ। ਹਾਂਜੀ। ਮਹਾਰਾਜ ਜੀ
1765 ਦੇ ਵਿੱਚ ਜੋਤੀ ਜੋਤ ਸਮਾਏ ਨੇ ਜੀ ਵਿਕਰਮੀ ਮੁਤਾਬਕ ਬਿਕਰਮੀ ਜੀ। ਮੁਤਾਬਕ। ਮੈਂ ਕਿ ਬਿਨਾਂ ਦੱਸਦਾ ਜੀ, ਮੈਂ ਬਿਕਰਮੀ ਦੀ ਗੱਲ ਕਰੂੰਗਾ, ਜੀ, ਦੂਜੀ ਜੀ। ਨਹੀਂ ਕਰਨੀ। ਹਾਂ, ਸੰਗਤਾਂ ਵੀ ਨੋਟ ਕਰਨ। 1770 ਦੇ ਵਿੱਚ ਭਾਈ ਜੀ। ਮਨੀ ਸਿੰਘ ਨੇ ਇਹ ਸਰੂਪ ਤਿਆਰ ਕੀਤਾ। ਜੀ ਇਸੇ ਤਰ੍ਹਾਂ ਫਿਰ ਇੱਕ ਹੋਰ ਬੀੜ ਆ, ਉਹ 1700 ਤੋਂ ਲੈ ਕੇ 1730 ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਦਮਦਮੇ ਸਾਹਿਬ ਵਿੱਚ ਲਿਖੀ ਆ। ਇਸੇ ਤਰ੍ਹਾਂ ਇੱਕ ਪਟਨਾ ਸਾਹਿਬ ਦਾ ਜਿਹੜਾ ਸਰੂਪ ਆ, ਉਹ 1821 ਵਿੱਚ ਇੱਕ ਬੀਬੀ ਨੇ ਲਿਖਣਾ ਸ਼ੁਰੂ ਕੀਤਾ, ਜੰਮੂ ਦੀ ਸੀ, ਤੇ 1822 ਵਿੱਚ ਉਹਦੀ ਸਮਾਪਤੀ ਹੋਈ ਹੈ। ਇਹ ਸਾਰੀਆਂ ਡਿਜੀਟਲ ਕਾਪੀਆਂ ਸਾਡੇ ਕੋਲ ਮੌਜੂਦ ਨੇ, ਜੇ ਕਿਸੇ ਨੇ ਜੀ। ਵੇਖਣੀਆਂ ਹੋਵੇ ਤੇ ਵੇਖ ਸਕਦਾ। ਜੀ 1780 ਦੇ 87 ਦੇ ਵਿੱਚ ਆਪਣਾ ਇੱਕ ਸਰੂਪ ਲਿਖਿਆ ਗਿਆ। ਇਸੇ ਤਰ੍ਹਾਂ ਉਹ ਸਾਡੇ ਪਾਸ ਆ। ਇੱਕ 1890 ਦਾ ਹੈ ਸਾਡੇ ਕੋਲ ਆ। ਇੱਕ ਫਿਰ 1934 ਦਾ ਲਿਖਿਆ ਹੋਇਆ ਕੇਸਗੜ੍ਹ ਦੀ ਮਿਸਲ ਦਾ ਸਰੂਪ ਹੈ। ਜੀ ਫਿਰ ਇਹ ਪੱਥਰ ਦਾ ਛਾਪਾ ਚੱਲ ਪਿਆ, ਉਹ 1950 ਦੇ ਵਿੱਚ ਛਪਿਆ। ਉਹਦੇ ਬਾਅਦ ਫਿਰ ਜਦੋਂ ਸਭ ਤੋਂ ਪਹਿਲਾਂ ਪ੍ਰੈਸ ਲੱਗੀ ਲਾਹੌਰ ਦੇ ਵਿੱਚ, ਹਮ। ਜੋ ਅੱਜ ਕੱਲ੍ਹ ਦੇ ਅੱਖਰ ਦੇ, ਉਹਨਾਂ ਵਿੱਚ ਛਪਣਾ ਸ਼ੁਰੂ ਹੋਇਆ। ਫਿਰ ਸਭ ਤੋਂ ਪਹਿਲੀ ਪ੍ਰੈਸ ਲੁਧਿਆਣੇ ਲੱਗੀ ਆ, ਉੱਥੇ ਸਰੂਪ ਛਪਣੇ ਹੋਏ। ਸਭ ਤੋਂ ਪਹਿਲਾਂ 2 ਸਰੂਪ ਆਦਿ ਤੇ ਦਸਮ ਦੇ ਲਾਹੌਰ ਤੋਂ ਨਾਮਧਾਰੀਆਂ ਨੇ ਛਪਾਏ ਨੇ, ਜੀ ਉਹ ਵੀ ਉਹਨਾਂ ਦੇ ਪਾਸ ਮੌਜੂਦ ਨੇ। ਉਹਦੇ ਬਾਅਦ ਸੋਧਕ ਕਮੇਟੀ ਅਕਾਲ ਤਖਤ ਤੇ ਬਹਿ ਕੇ ਬੇਅੰਤ ਗੁਰਮੁਖਾਂ ਨੇ ਮਤਾ ਕਰਕੇ ਤੇ ਦਸਮ ਮਹਾਰਾਜ ਦਾ ਸਰੂਪ 32 ਸਰੂਪਾਂ ਨਾਲ ਸੋਧ ਕੇ ਤੇ ਲਾਹੌਰ ਤੋਂ ਛਾਪਿਆ। ਜੀ ਉਹ ਵੀ ਵੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਭਾਈ ਨਾਥਾ ਸਿੰਘ ਕਪੂਰਗੜ੍ਹ ਵਾਲੀ ਬੀੜ 1700 ਬਿਕਰਮੀ ਦੇ ਕਰੀਬ ਹੈ। ਜੀਤ ਸਿੰਘ ਦੀ ਬੀੜ ਜਿਹੜੀ ਆ 1827 ਤੋਂ 1828 ਦੇ ਵਿੱਚ ਹੈ। ਹੁਣ ਮੈਨੂੰ ਹੁਕਮ ਹੋਇਆ ਵੀ ਭਾਈ ਮਨੀ ਸਿੰਘ ਦੀ ਬੀੜ ਦਾ ਵੇਰਵਾ ਜਾਂ ਸਾਰੀਆਂ ਬੀੜਾਂ ਦਾ ਵੇਰਵਾ, ਮੈਂ ਇੱਕ ਇੱਕ ਬੀੜ ਦਾ ਵੇਰਵਾ ਦੱਸੂਗਾ। ਜਿੱਥੋਂ ਕੋਈ ਗਲਤੀ ਹੋਵੇ ਵਿੱਚ ਇਹ ਵਿਦਵਾਨ ਸੱਜਣ ਬੋਲ ਪੈਣਗੇ। ਜੀ ਸਭ ਤੋਂ ਪਹਿਲਾ ਸਰੂਪ ਭਾਈ ਮਨੀ ਸਿੰਘ ਜੀ ਦਾ ਲਿਖਿਆ, ਜੀ ਜਿਹੜਾ ਆਦਿ ਦਸਮ ਦਾ ਇਕੱਠਾ ਵਾ, ਪਰ ਉਹ ਪੰਥ ਵਿੱਚ ਪ੍ਰਵਾਨ ਨਹੀਂ ਹੋਇਆ। ਜੀ ਇਸ ਕਰਕੇ ਆਦਿ ਦਾ ਸਰੂਪ ਵੱਖਰਾ, ਦਸਮ ਦਾ ਵੱਖਰਾ। ਜੀ। ਇਹ ਮਤਾ ਪਾਸ ਹੋਇਆ ਵੀ ਦੋਵੇਂ ਸਰੂਪ ਵੱਖ-ਵੱਖ ਬਣਾਓ ਤੇ ਦੋਵੇਂ ਇਕੱਠੇ ਪ੍ਰਕਾਸ਼ ਕੀਤੇ ਜਾਣ ਬਰਾਬਰ। ਜੀ ਕਿਉਂ? ਜਦੋਂ 10ਵੇਂ ਪਾਤਸ਼ਾਹ ਦੀ ਬਾਣੀ ਆ ਤੇ ਗੁਰੂ ਨਾਨਕ ਦੀ ਬਾਣੀ ਇੱਕ ਬਰਾਬਰ ਆ। ਜੀ ਇਸ ਕਰਕੇ ਜਿਹੜੇ ਇਹ ਗੱਲ ਕਰਦੇ ਆ ਨਾ ਵੀ ਇਹਨੂੰ ਗੁਰੂ ਪਦਵੀ ਪ੍ਰਾਪਤ, ਇਹਨੂੰ ਗੁਰੂ ਪਦਵੀ ਨਹੀਂ, ਜੀ ਇਹ ਤਾਂ ਗੁਰੂ ਰਾਮਦਾਸ ਨੇ ਲਿਖ ਦਿੱਤਾ ਪਹਿਲੇ ਵੀ ਬਾਣੀ ਗੁਰੂ, ਜਿੰਨੇ ਵੀ ਗੁਰੂਆਂ ਦੀ ਬਾਣੀ ਉਹ ਸਾਰੀ ਗੁਰੂ ਆ। ਜੀ ਇਹਦੇ ਤੇ ਬਹੁਤੀ ਵਿਚਾਰ ਕਰਨੀ ਹੋਵੇ ਤੇ ਕੋਈ ਵੀ ਵਿਸ਼ਵ ਭਰ ਦਾ ਵਿਦਵਾਨ ਸਾਡੇ ਸਾਹਮਣੇ ਬਹਿ ਕੇ ਕਰ ਸਕਦਾ। ਦਰਸ਼ਕੋ, ਜਿਨ੍ਹਾਂ ਬੀੜਾਂ ਬਾਰੇ ਆਪ ਜੀ ਨੂੰ ਵਿਦਵਾਨ ਜਨ ਸੰਬੋਧਿਤ ਕਰਨ ਲੱਗੇ ਹਨ, ਇਹਨਾਂ ਬੀੜਾਂ ਬਾਰੇ ਜਾਣਕਾਰੀ ਦੇਣ ਦਾ ਪ੍ਰਯੋਜਨ ਇਹੀ ਹੈ ਕਿ ਜੋ ਪੰਥ ਦੇ ਵਿੱਚ ਇਹ ਸ਼ੰਕੇ ਪਾਏ ਗਏ ਹਨ ਕਿ ਦਸਮ ਬਾਣੀ ਹੈ ਜਿਹੜੀ ਉਹ ਅੰਗਰੇਜ਼ਾਂ ਦੇ ਸਮੇਂ ਆ ਕੇ ਪ੍ਰਚਲਿਤ ਕੀਤੀ ਗਈ, ਅੰਗਰੇਜ਼ਾਂ ਦੇ ਸਮੇਂ ਘੜ ਕੇ ਪੰਥ ਦੇ ਵਿੱਚ ਸ਼ਾਮਿਲ ਕੀਤੀ ਗਈ। ਪਰ ਵਿਦਵਾਨ ਜਨਾਂ ਨੇ ਪੁਰਾਤਨ ਸਰੂਪ ਹੱਥ ਲਿਖਤ ਗੁਰੂ ਸਾਹਿਬ ਦੇ ਸਮੇਂ ਦੇ, ਉਸ ਤੋਂ ਥੋੜ੍ਹਾ ਸਮਾਂ ਬਾਅਦ ਦੇ, ਉਹ ਸਾਡੇ ਸਾਹਮਣੇ ਲਿਆ ਕੇ ਰੱਖੇ ਹਨ। ਤੇ ਹੁਣ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ, ਉਹਨਾਂ ਤੋਂ ਪੁੱਛਾਂਗੇ ਵੀ ਸੰਤ ਜੀ, ਭਾਈ ਮਨੀ ਸਿੰਘ ਜੀ ਦੀ ਬੀੜ ਜੋ ਪ੍ਰਮਾਣਿਕ ਸਭ ਤੋਂ ਪਹਿਲੀ ਆਪਾਂ ਮੰਨਦੇ ਹਾਂ ਦਸਮ ਦੀ ਬੀੜ, ਜੀ ਉਸ ਬਾਰੇ, ਬੀੜ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਭਾਈ ਮਨੀ ਸਿੰਘ ਸਾਹਿਬ ਜੀ ਦਾ ਗੁਰੂ ਘਰ ਦੇ ਵਿੱਚ ਬੜਾ ਮਹੱਤਵ ਹੈ। ਉਹਨਾਂ ਦੀ ਬੜੀ ਮਹਾਨ ਕੁਰਬਾਨੀ ਹੈ, ਅਨੰਨ ਸੇਵਕ ਹਨ ਜੀ। ਇਹ ਦਸਮ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਪੁਰਾਤਨ ਬੀੜਾਂ ਹਨ, ਉਹਨਾਂ ਵਿੱਚੋਂ ਸਭ ਤੋਂ ਪਹਿਲੀ ਬੀੜ ਭਾਈ ਮਨੀ ਸਿੰਘ ਸਾਹਿਬ ਜੀ ਨੇ, ਜੋ ਕਿ ਉਹਨਾਂ ਨੇ ਸਾਡੇ ਬਹੁਤ ਸਤਿਕਾਰਯੋਗ ਮਾਤਾ ਸੁੰਦਰੀ ਜੀ ਦੀ ਆਗਿਆ ਪ੍ਰਾਪਤ ਕਰਕੇ ਜੀ ਤੇ ਪਹਿਲਾਂ ਇਹ ਬੀੜ ਲਿਖੀ। ਇਹਦੇ ਵਿੱਚ ਜੋ ਸੰਮਤ ਦੀ ਗੱਲ ਹੈ, ਈਸਵੀ ਦੀ ਗੱਲ ਹੈ, ਸੰਮਤ 1770, ਈਸਵੀ ਸੰਨ ਜਿਹੜੀ ਹੈ ਉਹ 1713, ਭਾਵ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚਖੰਡ ਜਾਣ ਤੋਂ ਤਕਰੀਬਨ 5 ਸਾਲ ਬਾਅਦ। ਤੇ ਇਹਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਦੀ ਜੋ ਲਿਖਾਰੀ, ਜੋ ਉਹਨਾਂ ਦੇ ਲਿਖਣ ਦੀ ਗੱਲ ਹੈ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਵੀ ਜਦੋਂ ਨਾਲ ਰਹਿੰਦੇ ਸਨ, ਤਕਰੀਬਨ ਉਹ ਜੋ ਲਿਖਤਾਂ ਉਸ ਸਮੇਂ ਲਿਖਦੇ ਹਨ, ਭਾਈ ਮਨੀ ਸਿੰਘ ਜੀ ਨੇ ਉਹ ਲਿਖਾਰੀ ਲਗਾਇਆ ਸੀ। ਇਹਦਾ ਪ੍ਰਮਾਣ ਹੈ ਕਿ ਦਮਦਮਾ ਸਾਹਿਬ ਜਦੋਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ, ਉਦੋਂ ਵੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਿਖਾਇਆ, ਉਹ ਲਾਇਆ, ਉਹਨਾਂ ਨੂੰ ਸਨਮਾਨ ਦਿੱਤਾ। ਤੇ ਫਿਰ ਉਹਨਾਂ ਦਾ ਸਨਮਾਨ ਕਰਦਿਆਂ ਹੀ ਉਹਨਾਂ ਨੂੰ ਗੁਰੂ ਮਹਾਰਾਜ ਦੇ ਅਨੰਨ ਸੇਵਕ ਜਾਣ ਕੇ ਮਾਤਾ ਸੁੰਦਰੀ ਜੀ ਨੇ ਆਗਿਆ ਕੀਤੀ, ਤਾਂ ਹੀ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੀ ਹੈਡ ਗ੍ਰੰਥੀ ਦੀ ਸੇਵਾ ਮਿਲੀ। ਤੇ ਜਦੋਂ ਫਿਰ
ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਬਣਾਉਣੀ ਸੀ ਤੇ ਮਾਤਾ ਸੁੰਦਰੀ ਜੀ ਨੇ ਆਗਿਆ ਕੀਤੀ ਤੇ ਉਹਨਾਂ ਦੀ ਆਗਿਆ ਮੰਨ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਉਹ ਫਿਰ ਸਰੂਪ ਜੋ ਮੰਨਿਆ ਜਾਂਦਾ ਹੈ ਭਾਈ ਮਨੀ ਸਿੰਘ ਵਾਲਾ ਸਰੂਪ ਉਹ ਤਿਆਰ ਕੀਤਾ। ਇਹਦੀ ਜਦੀ ਆਪਾਂ ਪ੍ਰਮਾਣਿਕਤਾ ਵੱਲ ਦੇਖਦੇ ਹਾਂ ਤੇ ਉਸ ਸਮੇਂ ਮਾਤਾ ਸੁੰਦਰੀ ਜੀ ਨੇ ਭਾਈ ਸਾਹਿਬ ਜੀ ਨੂੰ ਇੱਕ ਚਿੱਠੀ ਲਿਖੀ। ਮਾਤਾ ਸੁੰਦਰੀ ਜੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਨੇ, ਉਹਨਾਂ ਨੂੰ ਇੱਕ ਭਾਈ ਸਾਹਿਬ ਨੇ ਚਿੱਠੀ ਲਿਖੀ। ਉਹ ਜੋ ਚਿੱਠੀ ਹੈ ਭਾਈ ਮਨੀ ਸਿੰਘ ਜੀ ਨੇ ਜੋ ਮਾਤਾ ਜੀ ਨੂੰ ਲਿਖੀ ਹੈ ਉਹ ਹਸਤ ਲਿਖਤ ਉਸ ਸਰੂਪ ਦੇ ਵਿੱਚ ਲੱਗੀ ਹੋਈ ਹੈ। ਉਹਦਾ ਉਤਾਰਾ ਉਹਦਾ ਜੋ ਹੈ ਇਹ ਮੈਂ ਆਪ ਜੀ ਨੂੰ ਦਰਸ਼ਨ ਕਰਾ ਰਿਹਾ। ਇਹਦੇ ਵਿੱਚ ਉਹਨਾਂ ਨੇ ਉਸ ਚਿੱਠੀ ਨੂੰ ਦਿੱਤਾ ਹੋਇਆ ਹੈ। ਉਹਦੀਆਂ ਕੁਝ ਲਾਈਨਾਂ ਵੀ ਮੈਂ ਪੜ੍ਹ ਕੇ ਸੁਣਾਉਂਗਾ। ਭਾਈ ਸਾਹਿਬ ਜੀ ਬੜੇ ਸਤਿਕਾਰ ਨਾਲ ਮਾਤਾ ਜੀ ਨੂੰ, ਮਾਤਾ ਸੁੰਦਰੀ ਜੀ ਨੂੰ ਲਿਖਦੇ ਹਨ। ਇੱਕ ਓੰਕਾਰ ਅਕਾਲ ਸਹਾਏ, ਪੂਜ ਮਾਤਾ ਜੀ ਦੇ ਚਰਨਾਂ ਪਰ ਮਨੀ ਸਿੰਘ ਕੀ ਡੰਡੌਤ ਬੰਦਨਾ, ਬਹੁਰਾ ਸਮਾਚਾਰ ਵਾਚਨਾ ਕਿ ਇਧਰ ਆਉਣ ਪਰ ਸਾਡਾ ਸਰੀਰ ਵਾਜੂ ਕਾ ਅਧਿਕ ਵਿਕਾਰੀ ਹੋ ਗਿਆ ਹੈ। ਭਾਵ ਉਹ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਕਰਦੇ ਸਨ, ਉੱਥੋਂ ਲਿਖ ਰਹੇ ਹਨ। ਇਹ ਚਿੱਠੀ ਦੇ ਅੰਦਰ ਅੱਗੇ ਜਾ ਕੇ ਉਹ ਕਹਿੰਦੇ ਨੇ, ਪੋਥੀਆਂ ਜੋ ਝੰਡਾ ਸਿੰਘ ਹਾਥ ਭੇਜੀ ਥੀ, ਉਹਨਾਂ ਵਿੱਚ ਸਾਹਿਬਾਂ ਦੇ 303 ਚਰਿੱਤਰ ਉਪਖਿਆਨ ਦੀ ਪੋਥੀ ਜੋ ਹੈ ਸੋ ਸਿੰਘਾਂ ਸਿੰਘ ਨੂੰ ਮਹਿਲ ਵਿੱਚ ਦੇਣਾ ਜੀ। ਨਾਮਮਾਲਾ ਕੀ ਪੋਥੀ ਦੀ ਖਬਰ ਅਭੀ ਮਿਲੀ ਨਹੀਂ, ਕ੍ਰਿਸ਼ਨ ਅਵਤਾਰ ਪੂਰਬ ਆਰਦ ਤੋਂ ਮਿਲਾ, ਉਤਰਾਰਧ ਨਹੀਂ, ਜੋ ਮਿਲਾ ਅਸੀਂ ਭੇਜ ਦੇਵਾਂਗੇ। ਠੀਕ ਹੈ ਸੰਤ ਜੀ, ਇੱਕ ਵਾਰੀ ਜਰਾ ਦਰਸ਼ਕਾਂ ਨੂੰ ਇਸ ਚਿੱਠੀ ਦੇ ਦਰਸ਼ਨ ਕਰਾ ਦਿਓ ਜੀ। ਇਹ ਜੋ ਚਿੱਠੀ ਭਾਈ ਮਨੀ ਸਿੰਘ ਜੀ ਦੀ, ਉਹ ਇਹ ਸਤਿਕਾਰਯੋਗ ਸਾਡੇ ਦਸਮ ਗ੍ਰੰਥ ਦਰਸ਼ਨ ਪਿਆਰਾ ਸਿੰਘ ਪਦਮ ਜੀ ਦੀ ਪੁਸਤਕ ਹੈ। ਉਹਦੇ ਵਿੱਚ ਉਹਨਾਂ ਨੇ ਉਤਾਰਾ ਜੋ ਇਹਦਾ ਮੂਲ ਹੈ, ਮੂਲ ਵੀ ਮੈਂ ਆਪ ਜੀ ਨੂੰ ਦਰਸ਼ਨ ਕਰਾ ਦਿੰਦਾ ਜੀ। ਜੋ ਉਹਨਾਂ ਦੀ ਮੂਲ ਹਸਤਲਿਖਤ ਚਿੱਠੀ ਹੈ ਉਹ ਵੀ ਮੈਂ ਆਪ ਜੀ ਨੂੰ ਦਰਸ਼ਨ ਕਰਾ ਰਿਹਾ। ਇਹ ਜੋ ਹੈ ਭਾਈ ਮਨੀ ਸਿੰਘ ਜੀ ਨੇ ਜੋ ਚਿੱਠੀ ਮਾਤਾ ਜੀ ਨੂੰ ਭੇਜੀ, ਉਹਦਾ ਉਤਾਰਾ, ਉਹਦਾ ਫੋਟੋ ਜੋ ਹੈ ਨਾ ਹੱਥ ਲਿਖਤ ਸਰੂਪ ਦੇ ਵਿੱਚ, ਉਹ ਇੱਥੇ ਪਿਆਰਾ ਸਿੰਘ ਪਦਮ ਜੀ ਨੇ ਆਪਣੀ ਪੁਸਤਕ ਵਿੱਚ ਇਹ ਕੋਈ ਦੇਖ ਸਕਦਾ ਹੈ, ਪੜ੍ਹ ਸਕਦਾ ਹੈ। ਇਹ ਪ੍ਰਮਾਣਿਕਤਾ ਹੈ ਭਾਈ ਮਨੀ ਸਿੰਘ ਵਾਲੇ ਸਰੂਪ ਜੀ ਜੀ। ਨਾਲੇ ਚਿੱਠੀ ਪ੍ਰੌੜਤਾ ਕਰਦੀ ਹੈ ਇਸ ਚੀਜ਼ ਦੀ ਵੀ ਬਾਣੀਆਂ ਇਕੱਤਰ ਕੀਤੀਆਂ ਜਾ ਰਹੀਆਂ ਸੀ ਜੀ। ਇਹ ਜਿਵੇਂ ਚਰਿੱਤਰਾਂ ਦੀ ਪੋਥੀ ਦਾ ਜ਼ਿਕਰ ਆਇਆ, ਨਾਮਮਾਲਾ ਦੀ ਪੋਥੀ ਅਜੇ ਨਹੀਂ ਮਿਲੀ ਤੇ ਫਿਰ ਇਹ ਚਿੱਠੀ ਇਹ ਸਾਖ ਹੈ ਇਸ ਚੀਜ਼ ਦੀ ਵੀ ਇਹ ਬਾਣੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ ਤੇ ਬਾਅਦ ਚ ਜਦੋਂ ਇਕੱਠੀਆਂ ਹੋ ਗਈਆਂ ਉਹਨਾਂ ਨੂੰ ਫਿਰ ਇੱਕ ਸਰੂਪ ਦਿੱਤਾ ਗਿਆ ਜੀ। ਤੇ ਇਸ ਤੋਂ ਇਲਾਵਾ ਭਾਈ ਮਨੀ ਸਿੰਘ ਜੀ ਦੀ ਬੀੜ ਤੋਂ ਬਾਅਦ ਕੀ ਬਾਬਾ ਦੀਪ ਸਿੰਘ ਜੀ ਨੇ ਵੀ ਕੋਈ ਬੀੜ ਲਿਖੀ ਹੈ? ਉਸ ਬੀੜ ਬਾਰੇ ਆਪ ਜੀ ਜਾਣਕਾਰੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੀ ਇੱਕ ਬੀੜ ਲਿਖੀ ਹੈ। ਉਂਝ ਪੰਥ ਦੇ ਵਿੱਚ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ 4 ਬੀੜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਿਖੀਆਂ ਤੇ 4 ਹੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਖੀਆਂ ਜੀ ਤੇ 4 ਹੀ ਤਖਤਾਂ ਦੇ ਉੱਪਰ ਉਹ ਬੀੜਾਂ ਪ੍ਰਕਾਸ਼ ਹੋਈਆਂ ਜੀ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੇ ਉੱਪਰ ਜੋ ਪਟਨਾ ਸਾਹਿਬ ਵਿਖੇ ਤਖਤ ਸਾਹਿਬ ਦੇ ਉੱਪਰ ਬੀੜ ਸ਼ੁਭਾਇਮਾਨ ਹੈ, ਜਿਸ ਬੀੜ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਵੀ ਇਹ ਗੱਲ ਦੀ ਪ੍ਰਵਾਨਗੀ ਦਿੱਤੀ ਹੈ ਕਿ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਲਿਖੀ ਹੋਈ ਬੀੜ ਹੈ। ਉਸ ਬੀੜ ਦੇ ਸ਼ੁਰੂ ਵਿੱਚ 1755 ਲਿਖਿਆ ਹੋਇਆ ਹੈ। ਕਈ ਇਸ ਗੱਲ ਤੋਂ ਕਹਿ ਦਿੰਦੇ ਨੇ ਜੀ ਵੀ ਇਹ 1755 ਦੇ ਵਕਤ ਬਾਬਾ ਦੀਪ ਸਿੰਘ ਸਾਹਿਬ ਜੀ ਬੀੜ ਨਹੀਂ ਸੀ ਲਿਖਦੇ ਤੇ 1755 ਵਾਲੀ ਗੱਲ ਠੀਕ ਨਹੀਂ ਜਾਪਦੀ। 1755 ਇੱਕ ਲਕਬ ਸੀ ਜੋ ਪਟਨੇ ਸਾਹਿਬ ਵਾਲੀਆਂ ਬੀੜਾਂ ਤੇ ਵੀ ਦੇਖਣ ਨੂੰ ਮਿਲਿਆ ਹੈ। ਸਰਬਲੋ ਪ੍ਰਕਾਸ਼ ਗ੍ਰੰਥ ਦੀ ਬੀੜ ਤੇ ਵੀ ਇੱਕ ਤੇ ਨਨਕਿਆਣੇ ਸਾਹਿਬ ਵਾਲੀ ਤੇ ਦੇਖਣ ਨੂੰ ਮਿਲਿਆ ਹੈ। ਆਨੰਦਪੁਰ ਸਾਹਿਬ ਵੀ ਬੀੜਾਂ ਦੇਖੀਆਂ ਨੇ। ਗੁਰਦੁਆਰਾ ਸ਼ਹੀਦੀ ਬਾਗ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਦਾ ਭੰਡਾਰਾ ਹੈ, ਉੱਥੇ ਵੀ ਬੀੜਾਂ ਦੇ ਉੱਪਰ 1755 ਲਿਖਿਆ ਹੈ। ਕਾਰਨ ਇਹ ਸੀ ਕਿ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ 1755 ਤੱਕ ਸੰਮਤ 1755 ਇੱਥੋਂ ਤੱਕ ਪਾਵਨ ਗੁਰਬਾਣੀ ਲਿਖੀ ਤੇ ਉਸ ਸਮੇਂ ਦੀ ਗੁਰੂ ਕਿਆਂ ਸਿੱਖਾਂ ਨੇ ਇਹ ਸਾਖ ਲੈ ਲਈ 1755, ਇੱਕ ਲਕਬ ਬਣ ਗਿਆ ਤੇ ਉਹ 1755 ਵਾਲਾ ਜਿਹੜਾ ਲਕਬ ਸੀ ਉਹ ਬੀੜਾਂ ਦੇ ਉੱਪਰ ਆਉਣ ਲੱਗ ਪਿਆ, ਕਿਉਂਕਿ 1755 ਤੱਕ ਗੁਰੂ ਘਰ ਵਿੱਚ 32 ਲਿਖਾਰੀ 52 ਕਵੀ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਸਜਦੇ ਰਹੇ ਤੇ ਲਿਖਤਾਂ ਹੁੰਦੀਆਂ ਰਹੀਆਂ। ਸੋ ਇਸੇ ਬੀੜ ਦੇ ਵਿੱਚ ਜੋ ਪਟਨਾ ਸਾਹਿਬ ਵਿਖੇ ਬੀੜ ਹੈ ਬਾਬਾ ਦੀਪ ਸਿੰਘ ਜੀ ਦੀ, ਇੱਕ ਬੀੜ ਬਾਬਾ ਸੁੱਖਾ ਸਿੰਘ ਜੀ ਦੀ ਹੈ, ਉਹ ਅਲੱਗਾ ਹੈ। ਇਸ ਬੀੜ ਵਿੱਚ 1723 ਵੀ ਲਿਖਿਆ ਹੈ ਕਿ 1723 ਵਿੱਚ ਇਹ ਬੀੜ
ਲਿਖੀ ਜਾਂਦੀ ਰਹੀ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕਾਲ ਵੀ ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਅਤੇ ਇਸ ਬੀੜ ਵਿੱਚ ਕੁਝ ਸੁਨਹਿਰੀ ਪੱਤਰੇ, ਖਾਸ ਦਸਖਤੀ ਪੱਤਰਾਂ ਦਾ ਉਤਾਰਾ ਐਸਾ ਵੀ ਇਸ ਬੀੜ ਵਿੱਚ ਲਿਖਿਆ ਹੈ। ਜਿਹੜੀ ਭਾਈ ਮਨੀ ਸਿੰਘ ਸਾਹਿਬ ਜੀ ਦੀ ਬੀੜ ਦਿੱਲੀ ਵਿਖੇ ਸ਼ੁਭਾਇਮਾਨ ਹੈ, ਉਹਦੇ ਵਿੱਚ ਸੱਚੇ ਪਾਤਸ਼ਾਹ ਦੇ ਦਸਤਖਤੀ ਪੱਤਰੇ ਲਿਖੇ ਹਨ। ਜਿਹੜੀ ਪਟਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੀੜ ਹੈ, ਉਹਦੇ 'ਚ ਲਿਖਿਆ ਹੈ ਵੀ ਖਾਸ ਦਸਖਤੀ ਪੱਤਰਿਆਂ ਦਾ ਉਤਾਰਾ ਵੀ ਇਹਦੇ ਵਿੱਚ ਅਸਾਂ ਨੇ ਸ਼ਾਮਲ ਕੀਤਾ ਹੈ। ਇਸ ਬੀੜ ਦੀ ਪ੍ਰਾਰੰਭਤਾ ਜਾਪ ਸਾਹਿਬ ਤੋਂ ਪ੍ਰਾਰੰਭ ਹੁੰਦੀ ਹੈ ਅਤੇ ਇਹਦੇ ਵਿੱਚ ਆਮ ਜਿਵੇਂ ਅੱਜ ਕੱਲ੍ਹ ਅਜੋਕੇ ਸਮੇਂ ਦੇ ਸਰੂਪ ਨੇ ਉਹਨਾਂ ਵਾਂਗ ਹੀ ਗੁਰਬਾਣੀਆਂ ਦਰਜ ਹਨ। ਖਾਸ ਕਰਕੇ ਜਿੱਥੇ ਕ੍ਰਿਸ਼ਨ ਅਵਤਾਰ ਆਉਂਦਾ ਹੈ, ਖੜਗ ਸਿੰਘ ਦਾ ਯੁੱਧ ਪ੍ਰਬੰਧ ਹੈ ਸ਼ਾਇਦ, ਤੇ ਉੱਥੇ ਇੱਕ ਭਗਵਤੀ ਸਤੋਤਰ ਨਾਮ ਦੀ ਗੁਰਬਾਣੀ ਦਰਜ ਹੈ, ਜਿਹਦਾ ਵਰਣਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਗੁਰਬਾਣੀ ਪਾਠ ਦਰਸ਼ਨ ਵਿੱਚ ਦਿੱਤਾ ਹੋਇਆ ਹੈ। ਤੋ ਕ੍ਰਿਸ਼ਨ ਅਵਤਾਰ ਦੇ ਵਿੱਚ ਭਗਵਤੀ ਸਤੋਤਰ ਨਾਮ ਦੀ ਗੁਰਬਾਣੀ ਦਰਜ ਹੈ, ਜਿਸ ਦਾ ਵਰਣਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਵੀ ਦਿੱਤਾ ਹੈ। ਇਸੇ ਹੀ ਗੁਰਬਾਣੀ ਦੇ ਇਸ ਬੀੜ ਦੇ ਵਿੱਚ ਹੀ ਇੱਕ ਭਗਵਤੀ ਦਾ ਅਸਤੋਤਰ ਹੋਰ ਵੀ ਕ੍ਰਿਸ਼ਨ ਅਵਤਾਰ ਦੇ ਵਿੱਚ ਦਰਜ ਹੈ, ਜਿਸ ਦੇ 6 ਭੁਜੰਗ ਛੰਦ ਹਨ ਅਤੇ ਸ਼ਸਤਰ ਨਾਮ ਮਾਲਾ ਤੋਂ ਪਹਿਲਾਂ ਭਗਵਤੀ ਕੇ ਛੰਦ ਛਕੇ ਹਨ। ਅਤੇ ਇਸੇ ਹੀ ਬੀੜ ਦੇ ਵਿੱਚ ਅਸਫੋਟਕ ਗੁਰਬਾਣੀਆਂ ਨੇ। ਅਸਫੋਟਕ ਦਾ ਅਰਥ ਗੁਣੀ ਜਨ ਕਰਦੇ ਨੇ, ਜਿਹੜੀਆਂ ਬਾਣੀਆਂ ਪ੍ਰਸਿੱਧ ਨਹੀਂ ਹਨ, ਆਮ ਸਰੂਪਾਂ ਵਿੱਚ ਨਹੀਂ ਵੇਖਣ ਨੂੰ ਮਿਲਦੀਆਂ, ਤੇ ਉਹਨਾਂ ਗੁਰਬਾਣੀਆਂ ਦਾ ਜਿਹੜਾ ਵੇਰਵਾ ਹੈ ਉਹ ਹੁਣ ਗਿਆਨੀ ਹਰਦੀਪ ਸਿੰਘ ਸਾਹਿਬ ਜੀ ਆਪ ਜੀ ਨੂੰ ਦੱਸਣਗੇ। ਪਟਨਾ ਸਾਹਿਬ ਦੇ ਸਰੂਪ ਦੇ ਵਿੱਚ ਸਭ ਤੋਂ ਵੱਧ ਬਾਣੀਆਂ ਨੇ, ਜਿਵੇਂ ਉਗਰਦੰਤੀ ਉਹਦੇ ਵਿੱਚ ਆ ਭਗਵਤੀ ਦੀ ਵਾਰ, ਮਾਲਕੋਸ ਦੀ ਵਾਰ, ਸੰਸਾਰ ਸੁਖਮਣਾ, ਸੰਤ ਕਾਜ, ਰਾਮਪੂਤ ਘੋੜੇ, ਅਸਫੋਕਟ ਕਬਿਤ, ਸਵਈਏ, ਸੱਦ, ਤੇ ਇਸੇ ਤਰ੍ਹਾਂ ਹੋਰ ਗੋਬਿੰਦ ਗੀਤਾ ਆਦਿ ਬਾਣੀਆਂ ਉਹਦੇ ਵਿੱਚ ਸਾਰੀਆਂ ਵੱਧ ਤੋਂ ਵੱਧ ਨੇ। ਉਹਦੇ ਬਾਅਦ ਫਿਰ ਬਾਬਾ ਦੀਪ ਸਿੰਘ ਜੀ ਦੀ ਬੀੜ ਬਾਰੇ ਵੀ ਕਾਫੀ ਮਹਾਂਪੁਰਸ਼ਾਂ ਨੇ ਦੱਸਿਆ। ਇੱਕ ਬਾਬਾ ਦੀਪ ਸਿੰਘ ਜੀ ਦਾ ਗੁਟਕਾ ਨਾਮ ਦੀ ਬੀੜ ਆ, ਜਿਹੜੀ ਦਮਦਮਾ ਸਾਹਿਬ ਵਿਖੇ ਹੈ। ਉਹਦੇ ਵਿੱਚ ਵੀ ਸਾਰੇ ਚਰਿੱਤਰ ਨੇ ਅਤੇ ਹੋਰ ਸਾਰੀਆਂ ਬਾਣੀਆਂ ਹਨ। ਕੁਝ ਬਾਣੀਆਂ ਉਹ ਗੁਟਕੇ ਵਿੱਚ ਨਹੀਂ ਹਨ। ਤੇ ਇੱਕ ਹੋਰ ਖਾਸ ਬੀੜ ਹੈ ਸਾਡੇ ਕੋਲ, ਉਹਦੇ ਵਿੱਚ ਜਿਹੜੀ ਤਰਤੀਬ ਹੈ ਉਹ ਵੀ ਉਹੀ ਜੋ ਅੱਜ ਕੱਲ੍ਹ ਲਈ ਪ੍ਰਚਲਿਤ ਹੈ ਤਰਤੀਬ। ਆਮ ਬੀੜਾਂ ਦੇ ਵਿੱਚ ਤਰਤੀਬ ਅੱਗੇ ਪਿੱਛੇ ਆ, ਜਿਵੇਂ ਭਾਈ ਮਨੀ ਸਿੰਘ ਜੀ ਦਾ ਪਹਿਲਾਂ ਜਾਪ ਸਾਹਿਬ ਆ, ਮੁੜ ਕੇ ਅਕਾਲ ਉਸਤਤ ਨਹੀਂ, ਫਿਰ ਉਹਦੇ 'ਚ ਬਚਿੱਤਰ ਨਾਟਕ ਦੂਜੀ ਬਾਣੀ ਆਉਂਦੀ। ਇਸੇ ਤਰ੍ਹਾਂ ਜਿਹੜੇ ਉਹਦੇ ਉਤਾਰੇ ਨੇ ਉਹਨਾਂ 'ਚ ਉੱਦਾਂ ਹੀ ਆ, ਪਹਿਲੇ ਜਾਪ ਸਾਹਿਬ ਫਿਰ ਬਚਿੱਤਰ ਨਾਟਕ। ਪਰ ਜਦੋਂ ਛਾਪੇਖਾਨੇ ਵਿੱਚ ਬੀੜ ਛਪੀ ਆ, ਉਹਦੀ ਤਰਤੀਬ ਜਿਹੜੀ ਆ ਉਹ ਪਹਿਲੇ ਜਾਪ ਸਾਹਿਬ ਆ, ਫਿਰ ਅਕਾਲ ਉਸਤਤ ਆ, ਫਿਰ ਬਚਿੱਤਰ ਨਾਟਕ ਆ, ਉਹਦੇ ਬਾਅਦ ਫਿਰ 3 ਚੰਡੀਆਂ ਨੇ, ਫਿਰ ਗਿਆਨ ਪ੍ਰਬੋਧ, ਉੱਤੋਂ ਤੱਕ 10 ਗ੍ਰੰਥੀ ਆ। ਸਾਡੇ ਕੋਲ ਕਿੰਨੀਆਂ ਹੀ ਪੋਥੀਆਂ ਨੇ ਜਿਹ 10 ਗ੍ਰੰਥੀ ਵੀ ਆ ਤੇ 5 ਗ੍ਰੰਥੀ ਵੀ ਆ, 15 ਗ੍ਰੰਥੀ ਕਹਿ ਲਓ ਉਹਨੂੰ। ਉਹਦੇ ਵਿੱਚ ਆਦ ਸਾਰੀ 10 ਗ੍ਰੰਥੀ ਦੀਆਂ ਬਾਣੀਆਂ, ਪਹਿਲੇ ਸਾਰੀਆਂ 5 ਗ੍ਰੰਥੀ ਦੀਆਂ ਬਾਣੀਆਂ। ਉਹਦੇ ਤੋਂ ਬਿਨਾਂ ਹੋਰ ਵੀ ਬਾਣੀਆਂ ਨੇ ਜਿਹੜੀਆਂ ਆਦੀਆਂ ਵੀ ਨੇ, ਦਸਮ ਦੀਆਂ ਨੇ, ਜਿੰਨੀਆਂ ਕਿਸੇ ਦੀਆਂ ਬਾਣੀਆਂ ਦਾ ਪ੍ਰੇਮ ਆ ਉਹਨੀਆਂ ਉਹਨੇ ਲਿਖ ਲਈਆਂ ਨੇ। ਤੇ ਹੋਰ ਬੀੜਾਂ ਦੇ ਵਿੱਚ ਵੀ ਵਾਧੂ ਬਾਣੀਆਂ ਹੈਗੀਆਂ। ਜਿਵੇਂ ਇੱਕ ਖਾਸ ਬੀੜ ਹੈ, ਬਹੁਤ ਸੁੰਦਰ ਵੇਲਾਂ ਨੇ, ਬੂਟੇ ਨੇ, ਤੇ ਬੜੀ ਸੋਹਣੀ ਲਿਖਾਈ ਕੀਤੀ ਹੋਈ ਹੈ। ਉਹਦੇ ਵਿੱਚ ਜਾਪ ਸਾਹਿਬ ਆਉਂਦਾ, ਉਹ 'ਚ ਵੀ ਬਚਿੱਤਰ ਨਾਟਕ ਬਾਅਦ ਵਿੱਚ ਆ ਜਾਂਦਾ, ਚੰਡੀ ਆਉਂਦੀ ਆ, ਦੂਜੀ ਚੰਡੀ ਆਉਂਦੀ, 24 ਅਵਤਾਰ ਆਉਂਦੇ, ਰਾਮਾ ਅਵਤਾਰ, ਬ੍ਰਹਮਾ, ਰੁਦਰ, ਪਾਰਸਨਾਥ, ਵਿਸ਼ਨਪਦੇ, ਅਸਤੋਤਰ, ਛੱਕੇ, ਸ਼ਸਤਰ ਨਾਮ ਮਾਲਾ, ਉਹ 'ਚ ਮੁੜ ਕੇ ਅਕਾਲ ਉਸਤਤ ਆਈ ਆ। ਇਸੇ ਤਰ੍ਹਾਂ ਗਿਆਨ ਪ੍ਰਬੋਧ ਆ। ਤੇ ਚੰਡੀ ਦੀ ਵਾਰ ਬਹੁਤੀਆਂ ਬੀੜਾਂ 'ਚ ਵੱਖਰੀ ਆ, ਪਰ ਵਰਤਮਾਨ ਸਮੇਂ ਵਿੱਚ ਹੁਣ 3 ਚੰਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ ਨੇ। ਇਸੇ ਤਰ੍ਹਾਂ ਅਸਫੋਕਟ ਜਿਹੜੀਆਂ ਨੇ ਨਾ, ਉਹਦੇ ਵਿੱਚ ਫਿਰ ਲੱਖੀ ਜੰਗਲ, ਜਾਗਤ ਜੋਤ ਦਾ ਸਵਈਆ, ਸੰਸਾਰ ਸੁਖਮਣਾ, ਸੰਤ ਕਾਜ, ਘੋੜੇ, ਮਾਲਕੋਸ ਦੀ ਵਾਰ, ਭਗਤ ਭਗਵਤੀ ਤੇ ਜਫਰਨਾਮਾ। ਕਈਆਂ ਬੀੜਾਂ 'ਚ ਜਫਰਨਾਮਾ ਜਿਹੜਾ ਉਹ ਫਾਰਸੀ ਅੱਖਰਾਂ 'ਚ ਲਿਖਿਆ, ਭਾਈ ਮਨੀ ਸਿੰਘ ਦੇ ਵੀ
ਤੇ ਭਾਈ ਦਇਆ ਸਿੰਘ ਦੀ ਬੀੜ ਜਿਹੜੀ ਔਰੰਗਾਬਾਦ ਆ ਉਹਦੇ ਵਿੱਚ ਵੀ ਫਾਰਸੀ ਜਫਰਨਾਮਾ ਤੁਸੀਂ ਬਚਨ ਕਰ ਰਹੇ। ਭਾਈ ਮਣੀ ਸਿੰਘ ਸਾਹਿਬ ਜੀ ਦੀ ਜਿਹੜੀ ਪਾਵਨ ਬੀੜ ਹੈ ਨਾ, ਉਹਦੇ ਵਿੱਚ ਇਹ ਵਿਲੱਖਣਤਾ ਹੈ ਕਿ ਬਾਕੀ ਸਾਰੀ ਬੀੜ ਜਿਹੜੀ ਹੈ ਉਹ ਗੁਰਮੁਖੀ ਲਿਪੀ 'ਚ ਹੈ, ਜਿਹੜਾ ਜ਼ਫਰਨਾਮਾ ਹੈ ਉਹ ਫਾਰਸੀ ਵਿੱਚ ਹੈ। ਤੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਦਾ ਜੋ ਔਰੰਗਾਬਾਦ ਵਿਖੇ ਸਰੂਪ ਹੈ, ਉਸ ਗ੍ਰੰਥ ਦੇ ਵਿੱਚ ਇਹ ਵਿਲੱਖਣਤਾ ਹੈ ਵੀ ਜਿਹੜੀ ਸ਼ਸਤਰਨਾਮ ਮਾਲਾ ਹੈ ਨਾ, ਉਹ ਦੂਸਰੀਆਂ ਬੀੜਾਂ ਦੇ ਨਾਲੋਂ ਬਹੁਤ ਪਦਕ੍ਰਿਤੀ ਕਰਕੇ ਸ਼ੁੱਧ ਹੈ। ਉਹਦੇ ਵਿੱਚ ਪਦ ਪਦਾਰਥਾਂ ਨੂੰ ਬੜਾ ਸੁਧਾਰ ਕੇ ਗੋਹ ਨਾਲ ਵੇਖ ਕੇ ਲਿਖਿਆ ਗਿਆ ਹੈ। ਉਸ ਬੀੜ ਵਿੱਚ ਵੀ ਜਿਹੜਾ ਜ਼ਫਰਨਾਮਾ ਹੈ ਉਹ ਫਾਰਸੀ ਲਿਪੀ ਦੇ ਵਿੱਚ ਹੈ। ਤੋ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਗੁਰੂ ਕੇ ਸਿੱਖਾਂ ਨੇ ਕਿ ਬਾਬਾ ਜੀ ਜਿਹੜੇ ਗੁਰਮੁਖੀ ਪੜ੍ਹੇ ਨੇ ਉਹ ਜ਼ਫਰਨਾਮੇ ਦਾ ਅਧਿਐਨ ਕਿਵੇਂ ਕਰਨ। ਤੇ ਬਾਬਾ ਜੀ ਨੇ ਜਿਹੜਾ ਪਟਨੇ ਸਾਹਿਬ ਵਿਖੇ ਸਰੂਪ ਸ਼ੁਭਾਇਮਾਨ ਹੈ, ਉਹਦੇ ਵਿੱਚ ਜਿਹੜਾ ਜ਼ਫਰਨਾਮਾ ਹੈ ਉਹ ਗੁਰਮੁਖੀ ਲਿਪੀ ਵਿੱਚ ਕੀਤਾ, ਉਹਦਾ ਲਿਪੀ ਅੰਤਰ ਕੀਤਾ। ਉਹਦੇ ਵਿੱਚ ਪੈਰ ਬਿੰਦੀਆਂ ਦਾ ਪ੍ਰਯੋਗ ਕੀਤਾ, ਕਿਉਂਕਿ ਫਾਰਸੀ ਵਿੱਚ 2 ਕੱਕੇ ਆਉਂਦੇ ਨੇ, ਇੱਕ ਛੋਟੀ ਕਾਫ ਹੈ, ਇੱਕ ਬੜੀ ਹੈ, ਐੜੇ ਵੀ 2 ਹੈ, ਐਨ ਤੇ ਅਲਫ ਦਾ ਭੇਦ ਹੈ, ਤੱਤੇ ਵੀ 2 ਹੈ, ਤੇ ਤੋਏ ਹੈ। ਤੋ ਪੈਰ ਬਿੰਦੀ ਤੇ ਬਿੰਦੀ ਤੋਂ ਬਿਨਾਂ ਉਹਦੇ ਅਰਥ ਦਾ ਬਹੁਤ ਫਰਕ ਪੈ ਜਾਂਦਾ। ਨਮੂਨੇ ਲਈ ਜਿਵੇਂ ਗਰੀਬ, ਤੇ ਗਰੀਬ ਦਾ ਅਰਥ ਹੁੰਦਾ ਬਿੱਲਾ ਜਾਂ ਬਿੱਲੀ, ਤੇ ਗਰੀਬ ਗੱਗੇ ਪੈਰ ਨੁਕਤਾ ਹੋਵੇ ਤੇ ਉਹਦਾ ਅਰਥ ਹੋ ਜਾਂਦਾ ਹੈ ਕਮਜ਼ੋਰ। ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਪਦ ਨੇ ਜਿਨ੍ਹਾਂ ਦਾ ਪੈਰ ਬਿੰਦੀ ਤੋਂ ਬਿਨਾਂ ਅਰਥ ਵਿੱਚ ਬਹੁਤ ਫਰਕ ਪੈਂਦਾ ਹੈ। ਸਾਡੇ ਕੋਲ ਇੱਕ ਕਾਪੀ ਹੈ, ਅਸਾਂ ਨੇ ਉਹ ਬਣਾਈ ਹੈ ਜਦੋਂ ਮੌਲਵੀ ਸਾਹਿਬ ਜੀ ਦੇ ਕੋਲੋਂ ਪੜ੍ਹਦੇ ਸਾਂ। ਉਹ ਬਹੁਤ ਸਾਰੇ ਅਕਸ਼ਰ ਲਿਖੇ ਨੇ ਵੀ ਪੈਰ ਬਿੰਦੀ ਹੋਵੇ ਤੇ ਇਹਦਾ ਮਤਲਬ ਇਹ ਹੈ, ਨਾ ਹੋਵੇ ਤੇ ਇਹਦਾ ਮਤਲਬ ਇਹ ਹੈ। ਡਿਕਸ਼ਨਰੀਆਂ ਦੇ ਵਿੱਚੋਂ ਵੀ ਬਹੁਤ ਸਾਰਾ ਐਸਾ ਗਿਆਨ ਪ੍ਰਾਪਤ ਹੁੰਦਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਸ ਬੀੜ ਦੇ ਵਿੱਚ ਪੈਰ ਬਿੰਦੀਆਂ ਦਾ ਖਿਆਲ ਰੱਖਿਆ। 35 ਅੱਖਰਾਂ ਤੋਂ ਬਾਅਦ ਜਿਹੜੇ ਪੈਰ ਬਿੰਦੀ ਵਾਲੇ ਅੱਖਰ ਨੇ, ਇਹ ਕਾਢ ਭਾਵੇਂ ਅੱਜ ਕੱਲ੍ਹ ਕਹਿੰਦੇ ਨੇ ਵੀ ਕਾਹਨ ਸਿੰਘ ਨਾਭਾ ਜੀ ਨੇ ਕੱਢੀ, ਪਰ ਇਹ ਕਾਢ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੱਢੀ, ਜੋ ਪਟਨੇ ਸਾਹਿਬ ਵਿਖੇ ਸਰੂਪ ਸ਼ੁਭਾਇਮਾਨ ਹੈ, ਉਹਦੇ ਵਿੱਚ ਇਹ ਪੈਰ ਬਿੰਦੀਆਂ ਨੇ। ਦਰਸ਼ਕੋ, ਇਹ ਇੱਕ ਬੜੀ ਹੀ ਅਹਿਮ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੈਰ ਬਿੰਦੀਆਂ ਦਾ ਜੋ ਵਿਧਾਨ ਹੈ ਉਹ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ ਤੋਂ ਨਹੀਂ, ਬਾਬਾ ਦੀਪ ਸਿੰਘ ਜੀ ਦੇ ਸਮੇਂ ਤੋਂ ਹੀ ਪ੍ਰਚਲਿਤ ਹੋ। ਹੋਰ ਇੱਕ ਇਸ ਬੀੜ ਵਿੱਚ ਜਿਹੜੀਆਂ ਪੁਰਾਤਨ ਬੀੜਾਂ ਨੇ, ਇਹਨਾਂ ਵਿੱਚ ਚਾਂਦ ਬਿੰਦੂ ਵੀ ਹੈ। ਚਾਂਦ ਬਿੰਦੂ ਹਿੰਦੀ ਦੇ ਵਿੱਚ ਵਰਤਿਆ ਜਾਂਦਾ ਹੈ, ਪਰ ਇਹਨਾਂ ਬੀੜਾਂ ਦੇ ਵਿੱਚ ਵੀ ਚਾਂਦ ਬਿੰਦੂ ਹੈ। ਚਾਂਦ ਬਿੰਦੂ ਦੀ ਵਰਤੋਂ ਗੁਰਮੁਖੀ ਵਿੱਚ ਕਿਉਂ ਕਰਨੀ ਪਈ? ਪਹਿਲੀ ਗੱਲ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ ਉਹਦਾ ਵਿਧਾਨ ਰਾਗ ਦੇ ਅਨੁਸਾਰ ਚੱਲਦਾ ਹੈ। 10ਵੇਂ ਪਾਤਸ਼ਾਹ ਜੀ ਦੀ ਜਿਹੜੀ ਗੁਰਬਾਣੀ ਹੈ ਉਹਦਾ ਵਿਧਾਨ ਛੰਦ ਦੇ ਅਨੁਸਾਰ ਚੱਲਦਾ ਹੈ। ਛੰਦ ਨੂੰ ਸਮਝਣ ਲਈ ਸਾਨੂੰ ਪਿੰਗਲ ਸਮਝਣ ਦੀ ਬੜੀ ਭਾਰੀ ਜ਼ਰੂਰਤ ਹੈ। ਪਿੰਗਲ ਦੇ ਵਿੱਚ ਲਘੂ ਮਾਤਰਾ, ਦੀਰਘ ਮਾਤਰਾ, ਪਲੁਤ ਮਾਤਰਾ, ਇਸ ਤਰੀਕੇ ਦੇ ਨਾਲ ਵਿਧਾਨ ਆਉਂਦਾ ਹੈ। ਕਈ ਥਾਵਾਂ ਤੇ ਜਿਹੜਾ ਗੁਰੂ ਅੱਖਰ ਹੈ ਉਹਨੂੰ ਲਘੂ ਕਰਨਾ ਪੈਂਦਾ ਹੈ, ਲਘੂ ਨੂੰ ਗੁਰੂ ਕਰਨਾ ਪੈਂਦਾ ਹੈ। ਜਿਵੇਂ ਪਾਈ, ਪੱਪੇ ਨੂੰ ਕੰਨਾਂ ਉੱਤੇ ਬਿੰਦੀ, ਈੜੀ ਨੂੰ ਸਿਹਾਰੀ, ਈੜੀ ਨੂੰ ਸਿਹਾਰੀ ਪਾਵਾਂਗੇ ਤੇ ਮਾਤਰਾ 3 ਬਣ ਜਾਣੀ ਹੈ, ਪੱਪਾ, ਕੰਨਾ ਤੇ ਸਿਹਾਰੀ। ਜੇ 4 ਕਰਨੀਆਂ ਹੋਣ ਤੇ ਈੜੀ ਨੂੰ ਲਾ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਜਿਵੇਂ ਕੌਂ ਸ਼ਬਦ ਲਿਖਣਾ ਹੋਵੇ, ਕੱਕੇ ਦੇ ਉੱਪਰ ਟਿੱਪੀ ਲਾ ਦਈਏ ਤੇ ਊੜੇ ਨੂੰ ਔਂਕੜ ਲਾ ਦਈਏ ਤੇ ਮਾਤਰਾ 3 ਬਣ ਜਾਂਦੀਆਂ ਨੇ, ਕੱਕਾ, ਟਿੱਪੀ ਤੇ ਊੜੇ ਨੂੰ ਔਂਕੜ। ਜੇ ਕੱਕੇ ਦੇ ਉੱਪਰ ਚਾਂਦ ਬਿੰਦੂ ਲਾ ਦਈਏ ਤੇ ਚਾਂਦ ਬਿੰਦੂ ਨੂੰ ਵੀ ਲਘੂ ਹੀ ਮੰਨਦੇ ਨੇ, ਕੱਕਾ 1 ਤੇ ਊੜੇ ਨੂੰ ਔਂਕੜ 2, ਇਹ 2 ਮਾਤਰਾ ਬਣ ਜਾਂਦੀਆਂ ਨੇ। ਛੰਦ ਸ਼ਾਸਤਰ ਵਿੱਚ ਤੋਲ ਪੂਰਾ ਰੱਖਣ ਵਾਸਤੇ ਟਿੱਪੀ ਦੀ ਜਗ੍ਹਾ ਤੇ ਚਾਂਦ ਬਿੰਦੂ ਵਰਤਿਆ ਜਾਂਦਾ ਹੈ। ਜਿਵੇਂ ਚੰਡੀ ਦੀ ਵਾਰ ਦੇ ਵਿੱਚ ਤਾਰੀਫਾਂ ਪਾਣ ਚਬਾਨ ਕਉ, ਉੱਥੇ ਅੱਜ ਕੱਲ੍ਹ ਅਜੋਕੇ ਸਮੇਂ ਦੀਆਂ ਬੀੜਾਂ 'ਚ ਕੱਕੇ ਦੇ ਉੱਪਰ ਅਧਿਕ ਤੇ ਊੜੇ ਨੂੰ ਔਂਕੜ ਹੈ। ਇਹਦੇ ਤੋਂ ਪਿੱਛੇ ਜਾਈਏ, ਮੈਂ ਪੱਥਰ ਛਾਪੇ ਦੀਆਂ ਬੀੜਾਂ 'ਚ ਦੇਖਿਆ ਉੱਥੇ ਬਿੰਦੀ ਹੈ। ਹੱਥ ਲਿਖਤ ਬੀੜਾਂ ਵਿੱਚ ਦੇਖਿਆ ਉੱਥੇ ਚਾਂਦ ਬਿੰਦੂ ਹੈ। ਇੱਕ ਬੀੜ ਮੈਂ ਛਾਪੇ ਦੀ ਦੇਖੀ, ਉਹਦੇ ਤੇ ਟਿੱਪੀ ਲੱਗੀ ਹੋਈ ਸੀ। ਇਸ ਤੋਂ ਇਹ ਅੰਦਾਜ਼ਾ ਹੈ ਕਿ ਪਹਿਲੇ ਚਾਂਦ ਬਿੰਦੂ ਹੁੰਦਾ ਸੀ, ਫਿਰ ਹੌਲੀ ਹੌਲੀ ਛਾਪਣ ਵਾਲਿਆਂ ਨੇ ਇਸ ਗੱਲ ਨੂੰ ਵਿਚਾਰਿਆ ਨਹੀਂ। ਉਹਨਾਂ ਨੇ ਸਮਝਿਆ ਚਾਂਦ ਬਿੰਦੂ ਤੇ ਹਿੰਦੀ ਦਾ ਹੈ, ਪੰਜਾਬੀ ਵਿੱਚ ਇਹਦੀ ਲੋੜ ਕੋਈ ਨਹੀਂ।
ਉਹਨਾਂ ਨੇ ਚਾਂਦ ਬਿੰਦੂ ਨੂੰ ਉਡਾ ਕੇ ਤੇ ਅਧਿਕ ਹੀ ਰਹਿਣ ਦਿੱਤੀ। ਜਿਵੇਂ ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜਹਾਂ ਤਹਾਂ ਭਏ ਸਹਾਏ। ਉੱਥੇ ਜੱਜਾ ਤੇ ਹਾਹਾ, ਹਾਹੇ ਦੇ ਉੱਪਰ ਅਧਿਕ ਹੈ। ਪੁਰਾਤਨ ਬੀੜਾਂ ਵਿੱਚ ਉੱਥੇ ਚਾਂਦ ਬਿੰਦੂ ਹੈ। ਉਹ ਅਧਿਕ ਕਈ ਸਮਝ ਲੈਂਦੇ ਆ ਵੀ ਗਲਤੀ ਨਾਲ ਹੀ ਲੱਗਾ ਹੈ, ਕਈ ਸਮਝ ਲੈਂਦੇ ਆ ਜੀ ਅਧਿਕ ਜੱਜੇ ਤੇ ਚਾਹੀਦਾ ਸੀ, ਪਰ ਵਾਸਤਵ ਦੇ ਵਿੱਚ ਉਹ ਚਾਂਦ ਬਿੰਦੂ ਹੈ। ਇਸੇ ਤਰੀਕੇ ਨਾਲ ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਪਿਆਰੇ ਭਾਈ ਦਇਆ ਸਿੰਘ ਜੀ ਤੇ ਪਟਨੇ ਮਿਸਲ ਦਾ ਜੋ ਉਤਾਰਾ ਹੈ ਯੂਨੀਵਰਸਿਟੀ ਦੇ ਵਿੱਚ, ਉਹ ਬੀੜ ਤੇ ਬਾਬਾ ਨਾਥਾ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ, ਇਹ ਜੋ ਪੁਰਾਤਨ ਬੀੜਾਂ ਹਨ, ਇਹਨਾਂ ਬੀੜਾਂ ਵਿੱਚ ਚਾਂਦ ਬਿੰਦੂ ਦੀ ਵਰਤੋਂ ਕੀਤੀ ਹੋਈ ਹੈ। ਇਸ ਗੱਲ ਤੋਂ ਅੱਜ ਪਾਠ ਕਰਨ ਵਾਲੇ ਆਪਾਂ ਭੁੱਲ ਗਏ ਹਾਂ। ਗੱਲਾਂ ਆਪਾਂ ਕਰਦੇ ਹਾਂ ਬਹੁਤ ਵੱਡੀਆਂ ਵੱਡੀਆਂ, ਤੇ ਪਾਠ ਕਰਨ ਦਾ ਆਪਾਂ ਨੂੰ ਪਤਾ ਹੀ ਨਹੀਂ। 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪਾਠ ਕਿਵੇਂ ਕਰਨਾ ਹੈ। ਜਿਹੜੇ ਕਿੰਤੂ ਕਰਨ ਵਾਲੇ ਨੇ ਉਹਨਾਂ ਨੂੰ ਤੇ ਜਾਪ ਸਾਹਿਬ ਨਹੀਂ ਪੜ੍ਹਨਾ ਆਉਂਦਾ, ਜਾਪ ਸਾਹਿਬ ਦੇ ਛੰਦ ਵਿਧਾਨ ਦਾ ਹੀ ਪਤਾ ਨਹੀਂ ਹੈ, ਤੇ ਉਹ ਕਿੰਤੂ ਕਰਦੇ ਆ ਵੀ ਇਹ 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਹੀਂ ਹੈ। ਤੋ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਦੀ ਜਿਹੜੀ ਬੀੜ ਹੈ ਉਹ ਅਤੀ ਸੁੰਦਰ ਹੈ। ਔਰੰਗਾਬਾਦ ਵਿਖੇ ਉਹ ਸ਼ੁਭਾਇਮਾਨ ਹੈ। ਉਸ ਬੀੜ ਵਿੱਚ ਵੀ ਭਗਵਤੀ ਸਤੋਤਰ ਦਰਜ ਹੈ ਤੇ ਭਗਵਤੀ ਦਾ ਸਤੋਤਰ ਉਹ ਵੀ ਦਰਜ ਹੈ। ਉਸ ਵਿੱਚ ਸ਼ਸਤਰਨਾਮ ਵਾਲਾ ਅਦਭੁਤ ਹੈ। ਜ਼ਫਰਨਾਮਾ ਜਿਹੜਾ ਹੈ ਉਹ ਫਾਰਸੀ ਦੇ ਵਿੱਚ ਹੈ। ਤੇ ਸਭ ਤੋਂ ਪਹਿਲਾਂ ਜੋ ਜ਼ਫਰਨਾਮਾ ਗੁਰਮੁਖੀ ਵਿੱਚ ਕਿਹਨੇ ਕੀਤਾ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਫਾਰਸੀ ਵਿੱਚ ਲਿਖਿਆ ਸੀ ਤੇ ਗੁਰਮੁਖੀ ਵਿੱਚ ਕਿਹਨੇ ਕੀਤਾ, ਉਹ ਸਨ ਬਾਬਾ ਦੀਪ ਸਿੰਘ ਸਾਹਿਬ ਜੀ। ਉਸ ਤੋਂ ਬਾਅਦ ਅੱਗੇ ਇਹ ਸਿਲਸਿਲਾ ਚੱਲਿਆ। ਤੋ ਇਸ ਤਰੀਕੇ ਦੇ ਨਾਲ ਇਹ ਬੀੜਾਂ ਦਾ ਵਿਧਾਨ ਹੈ, ਸਿਲਸਿਲਾ ਹੈ। ਤੇ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਵਿੱਚ ਫਿਰ ਜਿੰਨੀਆਂ ਉਹਨਾਂ ਦੇ ਵਿਦਿਆਰਥੀਆਂ ਨੇ ਬੀੜਾਂ ਲਿਖੀਆਂ, ਉਹਨਾਂ ਦੇ ਵਿੱਚ ਫਿਰ ਗੁਰਮੁਖੀ ਦੇ ਵਿੱਚ ਹੀ ਜ਼ਫਰਨਾਮਾ ਲਿਖਿਆ ਜਾਣ ਲੱਗਾ। ਫਿਰ ਇੱਕ ਗੱਲ ਹੋਰ, ਜਿਹੜੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੀੜ ਹੈ ਉਹਦੇ ਵਿੱਚ ਜਿਹੜਾ ਜ਼ਫਰਨਾਮੇ ਦਾ ਪਾਠ ਹੈ ਉਹ ਬਾ ਕਮਾਲ ਸ਼ੁੱਧ ਹੈ। ਛਾਪੇ ਦੇ ਵਿੱਚ ਇੰਜ ਕਹਿ ਲਈਏ ਮੱਖੀ ਤੇ ਮੱਖੀ ਵੱਜਦੀ ਗਈ ਹੈ ਕਿ ਜਿਵੇਂ ਲਿਖਿਆ ਹੈ ਉਹਦੇ ਤੋਂ ਅੱਗੇ ਹੀ ਲਿਖ ਦਿੱਤਾ, ਛਾਪ ਦਿੱਤਾ। ਨਾ ਕਿਸੇ ਨੇ ਗਹੁ ਨਾਲ ਵਿਚਾਰਿਆ ਤੇ ਨਾ ਦੇਖਿਆ ਸ਼ੁੱਧ ਲਫ਼ਜ਼ ਕੀ ਹੈ। ਜਿਵੇਂ 12ਵੀਂ ਹਕਾਇਤ ਵਿੱਚ ਇੱਕ ਸ਼ਬਦ ਆਉਂਦਾ ਹੈ ਮਿਜ਼ਗਾਂ। ਮਿਜ਼ਗਾਂ ਦਾ ਅਰਥ ਹੁੰਦਾ ਚਿਮਣੀਆਂ। ਭਾਈ ਆਨੰਦ ਲਾਲ ਸਾਹਿਬ ਜੀ ਦੀ ਸ਼ਬਦ ਗਜ਼ਲਾਂ ਵਿੱਚ ਵੀ ਮਿਜ਼ਗਾਨੇ ਇਹ ਸ਼ਬਦ ਆਇਆ ਹੈ। ਤੇ ਜਿਹੜੀਆਂ ਛਾਪੇ ਦੀਆਂ ਬੀੜਾਂ ਨੇ ਉਹਦੇ ਵਿੱਚ ਯਈਆ ਲਿਖਿਆ ਹੈ, ਮਿਜਗਾਂ ਉਹਨੂੰ ਕਰਕੇ ਪੜ੍ਹਦੇ ਹੈ, ਕਈ ਮਿਆਂ ਗਿਆ ਕਰਕੇ ਪੜ੍ਹ ਦਿੰਦੇ ਹੈ। ਅਸਲ ਵਿੱਚ ਉਹ ਯਈਆ ਨਹੀਂ, ਉੱਥੇ ਜ਼ੱਜ਼ਾ ਚਾਹੀਦਾ ਹੈ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੀੜ ਵਿੱਚ ਮਿਜ਼ਗਾਂ ਹੀ ਲਿਖਿਆ ਹੈ। ਇੱਕ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਹਾ ਕੋ ਰਹੀਮ, ਜੋ ਬੰਦਨਾ ਹੈ, ਬੰਦਨਾ ਦੀਆਂ ਬੈਂਤਾਂ ਨੇ ਜ਼ਫਰਨਾਮੇ ਦੇ ਪ੍ਰਾਰੰਭ ਵਿੱਚ, ਉਹਦੇ ਵਿੱਚ ਸ਼ਬਦ ਆਉਂਦਾ ਹੈ ਪਜੋਹ। ਉੱਥੇ ਕਈਆਂ ਨੇ ਤੇ ਲਿਖਿਆ ਪੱਪੇ ਨੂੰ ਸਿਹਾਰੀ ਤੇ ਜਈਏ ਨੂੰ ਓੜਾ ਤੇ ਹਾਹਾ ਪਿਓ। ਕਈਆਂ ਨੇ ਲਿਖਿਆ ਪੱਪੇ ਨੂੰ ਸਿਹਾਰੀ ਤੇ ਊੜੇ ਦਾ ਮੂੰਹ ਖੁੱਲ੍ਹਾ ਕਰਕੇ ਹਾਹਾ ਪਿਓ। ਕਈਆਂ ਨੇ ਲਿਖਿਆ ਪੱਪੇ ਨੂੰ ਸਿਹਾਰੀ ਜਈਏ ਨੂੰ ਦਲੰਕਣਾ ਤੇ ਹਾਹਾ ਪਿਊ। ਕਿਸੇ ਨੇ ਕਿਸੇ ਢੰਗ ਨਾਲ, ਕਿਸੇ ਨੂੰ ਕਿਸੇ ਢੰਗ ਨਾਲ। ਵਾਸਤਵ ਵਿੱਚ ਸ਼ਬਦ ਹੈ ਪੱਪੇ ਨੂੰ ਸਿਹਾਰੀ, ਜ਼ੱਜ਼ੇ ਨੂੰ ਹੋੜਾ ਤੇ ਹਾਹਾ ਪਿਜ਼ੋ। ਇਹ ਤੁਸੀਂ ਦੇਖ ਲਵੋ ਸ਼ਬਦ ਮਹਾਨ ਕੋਸ਼ ਵਿੱਚ ਜਾਂ ਫਾਰਸੀ ਦੀਆਂ ਲੁਗਾਤਾਂ ਵਿੱਚ ਵੀ। ਇਹ ਜਿਹੜਾ ਸ਼ਬਦ ਹੈ ਇਹ ਅਸਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਜੋ ਸੁਨਹਿਰੀ ਬੀੜ ਹੈ ਉਹਦੇ 'ਚ ਵੀ ਦੇਖਿਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਵਾਲੀ ਬੀੜ ਵਿੱਚ ਵੀ ਦੇਖਿਆ। ਪਜੋ ਦਾ ਅਰਥ ਹੁੰਦਾ ਇਹ ਪਹਾੜ, ਤੂੰ ਵਡਿਆਈਆਂ ਦਾ ਪਹਾੜ ਹੈ। ਅਰਥ ਸਾਰਿਆਂ ਨੇ ਪਹਾੜ ਕੀਤਾ ਹੈ, ਪਰ ਉੱਥੇ ਜ਼ ਨਹੀਂ, ਉੱਥੇ ਯਈਆ ਲਿਖਿਆ ਹੈ। ਇਸ ਵਾਸਤੇ ਇਹ ਜ਼ਫਰਨਾਮੇ ਦੇ ਪਾਠ ਦੀ ਜਿਹੜੀ ਸੁਧਾਈ ਹੈ ਉਹਦੀ ਵੀ ਬਹੁਤ ਜ਼ਿਆਦਾ ਸਾਨੂੰ ਲੋੜ ਹੈ ਜੀ। ਇਹਨਾਂ ਬੀੜਾਂ ਤੋਂ ਇਲਾਵਾ ਔਰੰਗਾਬਾਦ ਵਾਲੀ ਬੀੜ ਤੋਂ ਇਲਾਵਾ ਹੋਰ ਸਾਡੇ ਕੋਲ ਕਿਹੜੀਆਂ ਪ੍ਰਮਾਣਿਕ ਬੀੜਾਂ, ਉਹਨਾਂ ਬਾਰੇ ਕੋਈ ਜਾਣਕਾਰੀ? ਗੱਲ ਚੱਲਦੀ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਸ਼ੇਖਾਨੇ ਦੇ ਵਿੱਚ ਜਿਹੜੀ ਬੀੜ ਮੌਜੂਦ ਹੈ ਜੀ, ਬਿਲਕੁਲ, ਜਿਹਨੂੰ ਪਟਨਾ ਮਿਸਲ ਦੀ ਬੀੜ ਦਾ ਉਤਾਰਾ ਕਰਕੇ ਉਹਦੇ ਉੱਤੇ ਲਿਖਿਆ ਗਿਆ। ਪਹਿਲਾਂ ਗਿਆਨੀ ਜੀ ਦੱਸ ਚੁੱਕੇ ਆ ਵੀ ਮਹਾਰਾਜ ਦੇ ਦਰਬਾਰ ਜਿੱਥੇ 52 ਕਵੀ ਸੀ, ਹਾਂਜੀ,
ਕਵਿਤਾਵਾਂ ਰੱਖਦੇ ਸੀ, ਉੱਥੇ 32 ਲਿਖਾਰੀ ਵੀ ਸੀ। ਉਹਨਾਂ 32 ਲਿਖਾਰੀਆਂ ਤੋਂ ਅੱਗੇ ਲਿਖਾਰੀਆਂ ਦੀਆਂ 32 ਮਿਸਲਾਂ ਪ੍ਰਾਰੰਭ ਹੋਈਆਂ, ਜਿਨ੍ਹਾਂ ਚੋਂ ਇੱਕ ਜਿਹੜੀ ਮਿਸਲ ਸੀ ਲਿਖਾਰੀਆਂ ਦੀ, ਉਹ ਪਟਨਾ ਮਿਸਲ ਸੀਗੀ ਜੀ। ਉਸ ਮਿਸਲ ਵੱਲੋਂ ਬਾਬਾ ਦੀਪ ਸਿੰਘ ਜੀ ਨੇ ਜਦੋਂ ਸਰੂਪ ਸ੍ਰੀ ਆਦਿ ਦਸਮ ਮਹਾਰਾਜ ਜੀ ਦੇ ਤਖਤਾਂ ਤੇ ਭੇਜੇ ਆ ਜੀ, ਉਹਨਾਂ ਤੋਂ ਉਤਾਰਾ ਕਰਕੇ ਇੱਕ ਸਰੂਪ ਤਿਆਰ ਕੀਤਾ। ਉਸ ਸਰੂਪ ਦਾ ਜਿਹੜਾ ਉਤਾਰਾ ਉਹ ਇੱਕ ਜੰਮੂ ਦੀ ਬੀਬੀ ਵੱਲੋਂ ਸਰੂਪ ਦੇ ਵਿੱਚ ਉਹਦੀ ਉਗਾਹੀ ਮਿਲਦੀ ਆ। ਉਹ 1821 ਬਿਕਰਮੀ ਸੰਮਤ ਨੂੰ ਸ਼ੁਰੂ ਕੀਤਾ ਗਿਆ ਤੇ ਉਹ ਠੀਕ 1 ਸਾਲ ਬਾਅਦ 1822 ਬਿਕਰਮੀ ਸੰਮਤ ਦੇ ਵਿੱਚ ਉਹ ਸੰਪੂਰਨ ਹੋਇਆ, ਜਿਸ ਨੂੰ ਆਪਾਂ ਈਸਵੀ ਸਨ ਜੇਕਰ ਕਹਾਂਗੇ ਤਾਂ 1765 ਈਸਵੀ ਦੇ ਵਿੱਚ ਉਹ ਸਰੂਪ ਦੀ ਸੰਪੂਰਨਤਾ ਹੋਈ ਹੈ। ਸੁਨਹਿਰੀ ਸਰੂਪ ਹੈ ਔਰ ਬਹੁਤ ਸ਼ੁੱਧ ਸਰੂਪ ਹੈ, ਯਾਨੀ ਕਿ ਆਮ ਸਿੱਖ ਸੰਗਤ ਵੱਲੋਂ ਵੀ ਇਹ ਸਰੂਪ ਲਿਖੇ ਜਾਂਦੇ ਰਹੇ ਹਨ ਜੀ 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 ਬਹੁਤ ਜ਼ਿਆਦਾ। ਜਿੱਥੇ ਉਦਾਸੀ ਮਹਾਪੁਰਖਾਂ ਨੇ ਦਸਮ ਦੇ ਬਹੁਤਾਤ ਸਰੂਪ ਲਿਖੇ ਆ ਜੀ, ਉੱਥੇ ਨਿਰਮਲੇ ਮਹਾਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤਾਤ ਸਰੂਪ ਲਿਖੇ ਆ। ਇੱਕ ਗੱਲ ਯਾਦ ਰੱਖਣ ਵਾਲੀ ਹੈ ਵੀ ਜਿੱਥੇ ਹਜ਼ਾਰਾਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਲਦੇ ਆ ਤੇ ਹਜ਼ਾਰਾਂ ਹੀ ਦਸਮ ਗ੍ਰੰਥ ਸਾਹਿਬ ਜੀ ਦੇ ਮਿਲਦੇ ਆ ਜੀ, ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦੇਣ ਹੈ ਉਹ ਉਦਾਸੀਆਂ ਤੇ ਨਿਰਮਲਿਆਂ ਦੀ ਆ। ਵਾਹ, ਇਹਨੂੰ ਅੱਖਾਂ ਓਲੇ ਨਹੀਂ ਕੀਤਾ ਜਾ, ਚਾਹੇ ਕਿਤੇ ਇੰਟਰਵਿਊ ਹੋਵੇ, ਚਾਹੇ ਕੋਈ ਰਿਟਨ ਚ ਕਾਰਜ ਹੋਵੇ, ਪਰ ਜਿੱਥੇ ਉਦਾਸੀਆਂ ਤੇ ਨਿਰਮਲੇ ਮਹਾਪੁਰਖਾਂ ਦੀ ਜਿਹੜੀ ਗੁਰਬਾਣੀ ਲਿਖਣ ਦੀ ਸੇਵਾ ਆ ਜਾਂ ਗੁਰਬਾਣੀ ਦਾ ਪ੍ਰਚਾਰ ਲਿਖ ਕੇ ਪ੍ਰਚਾਰਨ ਦੀ ਸੇਵਾ ਆ ਉਹ ਬੜੀ ਮਹਾਨ ਰਹੀ ਹੈ। ਤੇ ਜਿਹੜੀ ਆ ਪਟਨਾ ਮਿਸਲ ਦੀ ਬੀੜ ਦਾ ਉਤਾਰਾ ਇਹ ਅੱਜ ਮੌਜੂਦ ਸਿੱਖ ਰੈਫਰੈਂਸ ਲਾਇਬ੍ਰੇਰੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਤੋਸ਼ੇਖਾਨੇ ਦੇ ਵਿੱਚ ਇਹ ਬੀੜ ਮੌਜੂਦ ਹੈ। ਹੁਣ ਜੋ ਬਾਬਾ ਜੀਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਸੇਵਕ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਸਿੰਘ ਹੋਏ ਆ ਜੀ, ਉਹਨਾਂ ਨੇ ਜਿਹੜੀ ਬੀੜ ਲਿਖੀ ਹੈ ਉਹਦੇ ਬਾਰੇ ਗਿਆਨੀ ਜੀ ਆਪ ਜੀ ਦਾ। ਕਈ ਬੀੜਾਂ ਆਮ ਘਰਾਣਿਆਂ ਦੇ ਵਿੱਚੋਂ ਵੀ ਲਿਖੀਆਂ ਗਈਆਂ ਨੇ ਜੀ। ਗਿਆਨੀ ਜੀ ਦੇ ਕੋਲ ਇੱਕ ਬੀੜ ਹੈ ਜਿਹਦੇ ਉੱਪਰ ਲਿਖਿਆ ਵੀ ਇਹ ਬੀੜ ਵਹੁਟੀ ਨੇ ਲਿਖੀ ਹੈ। ਵਾਹ, ਆਮ ਗੁਰਸਿੱਖਾਂ ਦੇ ਵਿੱਚ ਜਿਹੜੇ ਲਿਖਾਰੀ ਸਿੱਖ ਹੁੰਦੇ ਸਨ, ਜਿਵੇਂ ਕੋਈ ਸ਼ਾਇਸਤਰਾਂ ਦੇ ਕੰਮ ਕਰਦੇ ਨੇ ਸ਼ਿਕਲੀਗਰ, ਤੇ ਸ਼ਿਕਲੀਗਰਾਂ ਦੇ ਘਰ ਜਿਹੜੀ ਬਹੂ ਬੇਟੀ ਆਉਂਦੀ ਉਹ ਸ਼ਿਕਲੀਗਰਾਂ ਦੀ ਆਉਂਦੀ ਹੈ ਤੇ ਉਹਨੂੰ ਪਤਾ ਹੁੰਦਾ ਹੈ ਵੀ ਸ਼ਾਇਸਤਰ ਕਿਵੇਂ ਰੱਖਣੇ ਆ, ਕਿਵੇਂ ਇਹਨਾਂ ਨੂੰ ਬਣਾਉਣਾ ਹੈ, ਉਹਨੂੰ ਸਾਰਾ ਹੀ ਸ਼ਾਇਸਤਰਾਂ ਦਾ ਗਿਆਨ ਹੁੰਦਾ ਹੈ। ਇੱਦਾਂ ਹੀ ਲਿਖਾਰੀਆਂ ਦੇ ਘਰ ਪੁਰਾਤਨ ਸਮੇਂ ਦੇ ਵਿੱਚ ਜਦੋਂ ਬਹੂ ਬੇਟੀ ਆਉਂਦੀ ਸੀ ਉਹ ਸਾਕ ਲਿਖਾਰੀਆਂ ਦੇ ਨਾਲ ਹੀ ਲੈਂਦੇ ਸਨ ਤੇ ਉਹ ਆਣ ਕੇ ਵਹੁਟੀ ਜਦੋਂ ਘਰ ਚਰਨ ਪਾਉਂਦੀ ਸੀ, ਬਹਿੰਦੀ ਸੀ, ਤੇ ਉਸ ਵਕਤ ਉਹਨੂੰ ਹੁਕਮ ਕੀਤਾ ਜਾਂਦਾ ਸੀ ਵੀ ਤੂੰ ਸਾਡੇ ਪਰਿਵਾਰ ਵਿੱਚ ਤਾਂ ਪ੍ਰਵਾਨ ਹੋਵੇਂਗੀ ਜੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਲਿਖੇ। ਉਹ ਆਪਣੇ ਹੱਥਾਂ ਦੇ ਨਾਲ ਆਦਿ ਦੀ ਬੀੜ ਜਾਂ ਦਸਮ ਦੀ ਬੀੜ ਲਿਖਦੀ ਸੀ ਜਾਂ ਕੋਈ ਗੁਟਕਾ ਸਾਹਿਬ ਲਿਖਦੀ ਸੀ, ਫਿਰ ਉਹ ਲਿਖਾਰੀਆਂ ਦੇ ਘਰ ਪ੍ਰਵਾਨ ਆਉਂਦੀ ਸੀ ਤੇ ਚੌਂਕੇ ਚੁੱਲ੍ਹੇ ਚੜ੍ਹਦੀ ਸੀ। ਤੇ ਬਜ਼ੁਰਗ ਵੀ ਇਹ ਦੱਸਦੇ ਹੁੰਦੇ ਸੀ ਕਿ ਜਦੋਂ ਧੀ ਦੀ ਡੋਲੀ ਤੋਰੀ ਜਾਂਦੀ ਸੀ ਤੇ ਦਾਜ ਦੇ ਵਿੱਚ ਉਸ ਨੂੰ ਗੁਰਬਾਣੀ ਦਾ ਨਿਤਨੇਮ ਦਾ ਗੁਟਕਾ ਦਿੱਤਾ ਜਾਂਦਾ ਸੀ ਤੇ ਉਹ ਇੱਕ ਵਹੁਟੀ ਨੇ ਬੀੜ ਲਿਖੀ ਤੇ ਪੁਰਾਣੀਆਂ ਵਹੁਟੀਆਂ ਬੀੜਾਂ ਲਿਖਦੀਆਂ ਸਨ। ਇਹ ਇੱਕ ਸਾਡੇ ਕੋਲ ਅਹਿਮ ਜਿਹੜਾ ਸਬੂਤ ਵੀ ਹੈ, ਪ੍ਰਮਾਣ ਵੀ ਹੈ, ਉਹਦੇ ਉੱਪਰ ਲਿਖਿਆ ਹੋਇਆ। ਇਸੇ ਤਰ੍ਹਾਂ ਹੁਣ ਵੀ ਬੀੜਾਂ ਲਿਖੀਆਂ ਜਾ ਰਹੀਆਂ। ਸਾਡੇ ਤਖਤ ਦੇ ਜਥੇਦਾਰ ਕੁਲਵੰਤ ਸਿੰਘ ਜੀ ਨੇ ਇੱਕ ਬੀੜ ਲਿਖਵਾਈ ਹੈ, ਇੱਕ ਹੋਰ ਲਿਖਵਾ ਰਹੇ ਨੇ ਤੇ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਲਿਖੀਆਂ ਜਾ ਰਹੀਆਂ ਨੇ ਤੇ ਹੁਣ ਕਈ ਲਿਖਾਰੀ ਨੇ ਪੰਜਾਬ ਦੇ ਵਿੱਚ ਵੀ ਲਿਖੀਆਂ ਜਾ ਰਹੀਆਂ ਨੇ ਜੀ। ਜਿਹੜੀ ਬਾਬਾ ਜੀਤ ਸਿੰਘ ਜੀ ਨੇ ਵੀ ਜਿਹੜਾ ਸਰੂਪ ਲਿਖਿਆ ਨਾ ਦਸਮ ਦਾ ਜੀ, ਬਾਬਾ ਜੀਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਅਨੰਨ ਸੇਵਕ ਨੇ। ਉਹਨਾਂ ਦੇ ਵਿੱਚ ਪ੍ਰਮੁੱਖ ਰੂਪ ਵਿੱਚ ਜਿਵੇਂ 4 ਸੇਵਕਾਂ ਦਾ ਨਾਮ ਆਉਂਦਾ, ਭਾਈ ਗੁਲਾਬ ਸਿੰਘ ਜੀ, ਭਾਈ ਰਣ ਸਿੰਘ ਜੀ ਤੇ ਭਾਈ ਜੀਤ ਸਿੰਘ ਜੀ ਇਤਿਹਾਸਕ। ਤੇ ਉਸ ਸਮੇਂ ਦਮਦਮਾ ਸਾਹਿਬ ਦੇ ਵਿੱਚ ਗਿਆਨੀਆਂ ਦੇ ਅਨੇਕ ਬੁੰਗੇ ਹੁੰਦੇ ਸੀ। ਉਹਨਾਂ ਬੁੰਗਿਆਂ ਦੇ ਵਿੱਚ ਬੈਠ ਕੇ ਗਿਆਨੀ ਸਰੂਪ ਲਿਖਿਆ ਕਰਦੇ 12 ਬੁੰਗੇ ਸੀ ਮਸਤੂਆਂ ਨੇ। ਤਾਂ ਜਿਹੜਾ ਉੱਚਾ ਬੁੰਗਾ ਸੀ ਉਹਦੀ ਜਿਹੜੀ ਸੇਵਾ ਸੀ ਜਾਂ ਉੱਥੇ ਜੋ ਪਠਨ ਪਾਠ ਹੁੰਦਾ ਸੀ, ਲਿਖਤ ਦੀ ਜੋ ਸੇਵਾ ਹੁੰਦੀ ਸੀ, ਉਹ ਬਾਬਾ ਜੀਤ ਸਿੰਘ ਜੀ ਕੋਲ ਹੁੰਦੀ ਸੀ। ਬਾਬਾ ਜੀਤ ਸਿੰਘ ਜੀ ਦੇ ਵੱਡੇ ਭਰਾਤਾ ਚੜ੍ਹਾਈ ਹੋਣ ਤੋਂ ਬਾਅਦ ਤਖਤ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਸੀ, ਉਹਨਾਂ ਨੇ ਜੋ ਬਾਬਾ ਜੀ ਦੇ ਜੋ ਵੱਡੇ ਭਰਾਤਾ ਦੇ ਘਰੋਂ ਸੀ, ਉਹਨਾਂ ਦੀ ਜਿਹੜੀ ਸ਼ਾਦੀ ਆ ਬਾਬਾ ਜੀਤ ਸਿੰਘ ਜੀ ਨਾਲ ਕਰ ਦਿੱਤੀ ਜੀ। ਤੇ ਫਿਰ ਬਾਬਾ ਜੀਤ ਸਿੰਘ ਜੀ ਆਪਣੇ ਨਗਰ ਤਿਹੋਣ ਪੁਜਾਰੀਆਂ ਚਲੇ ਗਏ। ਉੱਥੇ ਜਾ ਕੇ ਬਾਬਾ ਜੀ ਨੇ 1827 ਸੰਮਤ ਬਿਕਰਮੀ ਦੇ ਵਿੱਚ ਸਰੂਪ ਲਿਖਿਆ ਜੀ, ਇੱਕ ਆਦ ਦਾ ਜੀ, ਇੱਕ ਦਸਮ ਦਾ। ਉਹਦੇ ਉੱਤੇ ਸੰਮਤ ਲਿਖਿਆ ਹੋਇਆ ਯਾਰ, ਔਰ ਲਿਖਿਆ ਕਿ ਇਹਦੀ ਜਿਹੜੀ ਸੰਪੂਰਨਤਾ ਹੈ 1828 ਦੇ ਵਿੱਚ ਹੋਈ।
ਉਹਦੇ ਵਿੱਚ। ਔਰ ਇੱਕ ਉਹਦੇ ਵਿੱਚ ਬਹੁਤ ਵੱਡੀ ਵਿਸ਼ੇਸ਼ ਗੱਲ ਹੈ, ਜੋ ਸ੍ਰੀ ਮੁਖ ਵਾਕ ਸਵਈਏ ਨੇ ਦਸਮ ਪਾਤਸ਼ਾਹ ਜੀ ਦੇ, ਜੋ ਪੁਰਾਤਨ ਪ੍ਰਮਾਣਿਕ ਸਰੂਪ ਨੇ, ਉਹਨਾਂ ਦੇ ਵਿੱਚ ਆਰੰਭ ਵਿੱਚ ਜਿੱਥੇ ਸ੍ਰੀ ਮੁਖ ਵਾਕ ਸਵਈਏ ਆਉਂਦੇ ਨੇ ਉਹ 32 ਆਉਂਦੇ ਨੇ, ਤੇ ਜੋ ਜਾਗਤ ਜੋਤ ਵਾਲਾ ਸਵਈਆ ਹੈ ਬਾਬਾ ਦੀਪ ਸਿੰਘ ਜੀ ਦੇ ਅਸਫੋਟਕ ਬਾਣੀਆਂ ਦੇ ਆਰੰਭ ਵਿੱਚ ਸਵਈਆ ਲਿਖਿਆ ਹੈ, ਜਾਗਤ ਜੋਤ ਵਾਲਾ ਜੀ, ਜਿਹਨੂੰ 33ਵਾਂ ਸਵਈਆ ਕਰਕੇ ਸਿੱਖ ਸੰਗਤ ਵਿੱਚ ਜਾਣਿਆ ਜਾਂਦਾ। ਔਰ ਬਾਬਾ ਜੀਤ ਸਿੰਘ ਜੀ ਦਾ ਜੋ ਸਰੂਪ ਹੈ ਉਹਦੇ ਵਿੱਚ 34 ਸਵਈਏ ਨੇ। ਉਹ ਜਿਹੜਾ ਸਵਈਆ ਹੈ, ਜਿਸਕੇ ਗੁਰਮਸਤਕ ਹਾਥ ਧਰਿਓ ਉਹ ਜਾਣਤ ਹੈ ਸਭ ਕੇ ਘਟ ਕੀ, ਅੰਤਰ ਗਿਆਨ ਪ੍ਰਗਾਸ ਪਇਓ ਆਸਾ ਮਾਸਾ ਸਭ ਛੁਟ ਕੀ, ਆਤਮ ਚੀਨ ਪਰਾਤਮ ਚੀਨਿਓ ਹੋਰ ਦਈ ਭ੍ਰਮ ਕੀ ਮਟ ਕੀ, ਦੁਖ ਸੁਖ ਸਭ ਤਿਆਗ ਦਿਓ ਹੈ ਰਾਮ ਰਸਾਇਣ ਮੈਂ ਅਟਕੀ। ਇਹ 34ਵਾਂ ਸਵਈਆ ਇਹ ਬਾਬਾ ਜੀਤ ਸਿੰਘ ਜੀ ਦੇ ਪਾਵਨ ਸਰੂਪ ਦੇ ਵਿੱਚ ਦਰਜ ਹੈ ਜੀ। ਔਰ ਪਟਨਾ ਸਾਹਿਬ ਅਨੇਕ ਸਰੂਪ ਨੇ, ਉਹਨਾਂ ਦੇ ਵਿੱਚ ਇੱਕ ਸਰੂਪ ਹੈ ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਰਵਾਈ ਵੀ ਹੈ। ਦਸਮ ਪਾਤਸ਼ਾਹ ਜੀ ਦੀ ਆਮ ਸਰੂਪਾਂ ਦੇ ਵਿੱਚ ਸਾਨੂੰ ਦਰਸ਼ਨ ਕਰਨ ਨੂੰ ਨਹੀਂ। ਉਹ ਰਵਾਈ ਦੇ ਬਾਰੇ ਇਸ ਤਰੀਕੇ ਨਾਲ ਵਿਚਾਰ ਹੈ, ਜਿਵੇਂ ਭੱਟ ਸਾਹਿਬਾਨ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਤੇ ਮਹਾਰਾਜ ਨੇ ਹੁਕਮ ਕੀਤਾ ਵੀ ਭੱਟ ਸਾਹਿਬਾਨੋ ਤੁਸੀਂ ਵੀ ਬਾਣੀ ਉਚਾਰਨ ਕਰੋ। ਉਹ ਕਹਿਣ ਲੱਗੇ ਮਹਾਰਾਜ ਬਾਣੀ ਕਿਵੇਂ ਉਚਾਰਨੀ ਹੈ, ਆਪ ਜੀ ਸਾਨੂੰ ਕੁਝ ਬਾਣੀ ਦਾ ਨਮੂਨਾ ਦੱਸੋ ਵੀ ਸਵਈਏ ਕਿਵੇਂ ਬਣਾਉਣੇ ਆ। ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਪਹਿਲਾਂ ਸਵਈਏ ਬਣਾ ਕੇ ਜਾਚ ਦੱਸੀ, ਫਿਰ ਉਹਨਾਂ ਨੇ ਪੰਜਾਂ ਪਾਤਸ਼ਾਹੀਆਂ ਦੇ ਸਵਈਏ ਉਚਾਰਨ ਕੀਤੇ। ਇਸੇ ਹੀ ਤਰੀਕੇ ਦੇ ਨਾਲ ਭਾਈ ਨੰਦ ਲਾਲ ਸਾਹਿਬ ਨੇ ਜਦੋਂ ਗਜ਼ਲਾਂ ਉਚਾਰਨ ਕੀਤੀਆਂ ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਨਿਹਾਲ ਹੋਏ ਤੇ ਬੜੀਆਂ ਖੁਸ਼ੀਆਂ ਕੀਤੀਆਂ ਨੰਦ ਲਾਲ ਤੇ। ਇੱਕ ਥਾਂ ਨੰਦ ਲਾਲ ਲਿਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਸਨ ਤਖਤਾਂ ਤੇ ਸੰਗਤਾਂ ਚੱਲ ਕੇ ਆ ਰਹੀਆਂ ਸਨ ਤੇ ਮਹਾਰਾਜ ਮਿਹਰ ਭਰੀ ਨਿਗਾਹ ਦੇ ਨਾਲ ਬਖਸ਼ਿਸ਼ਾਂ ਕਰਦੇ ਸੀ, ਭੇਟਾਵਾਂ ਚੜਾ ਰਹੀਆਂ ਸਨ ਸੰਗਤਾਂ। ਤੇ ਨੰਦ ਲਾਲ ਸਾਹਿਬ ਕਹਿਣ ਲੱਗਾ ਮਹਾਰਾਜ ਮੇਰੇ ਤੇ ਵੀ ਕੋਈ ਮਿਹਰ ਭਰੀ ਇੱਕ ਨਿਗਾਹ ਮਾਰੋ, ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਭੇਟਾ ਲੱਗਦੀ ਹੈ। ਤੇ ਹਾਸੇ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਚਨ ਕੀਤਾ ਤੇ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ ਵੀ ਗਰੀਬ ਨਵਾਜ ਇੱਕ ਭੇਟਾ ਮੈਂ ਤੁਹਾਨੂੰ ਦਿੰਦਾ ਹੈ ਵੀ ਮੇਰੀ ਜਾਨ ਜਿਹੜੀ ਹੈ ਮੈਂ ਤੁਹਾਡੇ ਤੋਂ ਕੁਰਬਾਨ ਕਰ ਦਿੰਦਾ ਹੈ ਤੇ ਤੁਸੀਂ ਮੇਰੇ ਨਾਲ ਸੌਦਾ ਕਰੋ ਵੀ ਮਿਹਰ ਭਰੀ ਨਿਗਾਹ ਤੁਸੀਂ ਮੇਰੇ ਉੱਪਰ ਮਾਰੋਗੇ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਸੌਦਾ ਸਾਨੂੰ ਮਨਜ਼ੂਰ ਨਹੀਂ ਹੈ, ਤੇਰੀ ਇੱਕ ਜ਼ਿੰਦਗੀ ਦੇ ਬਦਲੇ ਸਾਡੀ ਮਿਹਰ ਭਰੀ ਨਿਗਾਹ ਤੇਰੇ ਉੱਪਰ ਨਹੀਂ ਜਾ ਸਕਦੀ, ਇਹ ਸੌਦਾ ਸਸਤਾ ਹੈ। ਨੰਦ ਲਾਲ ਨੇ ਉੱਥੇ ਕਿਹਾ ਸੀ ਦੀਨੋ ਦੁਨੀਆ ਦਰ ਕਮੰਦੇ ਆਂ ਭਰੀ ਰੁਖ ਸਾਰੇ ਮਾ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਏ ਯਾਰ ਮਾ। ਇਹ ਲੰਮੀ ਵਾਰਤਾ ਹੈ। ਤੋ ਨੰਦ ਲਾਲ ਸਾਹਿਬ ਜੀ ਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਰੁਬਾਈਆਂ ਉਚਾਰਨ ਕਰੋ ਤੇ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ ਵੀ ਗਰੀਬ ਨਵਾਜ ਮੈਨੂੰ ਰੁਬਾਈ ਇੱਕ ਉਚਾਰ ਕੇ ਆਪ ਜੀ ਦੱਸੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਰੁਬਾਈ ਉਚਾਰਨ ਕੀਤੀ ਤੇ ਭਾਈ ਨੰਦ ਲਾਲ ਸਾਹਿਬ ਨੂੰ ਢੰਗ ਦੱਸਿਆ ਤੇ ਨੰਦ ਲਾਲ ਸਾਹਿਬ ਜੀ ਨੇ ਬਾਅਦ ਵਿੱਚ ਫਿਰ ਰੁਬਾਈਆਂ ਉਚਾਰਨ ਕੀਤੀਆਂ। ਉਹ ਰੁਬਾਈ ਅੱਜ ਵੀ ਆਪਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੋ ਸਰੂਪ ਮੌਜੂਦ ਹੈ ਉਹਦੇ ਵਿੱਚ ਉਹ ਰੁਬਾਈ ਮੌਜੂਦ ਹੈ ਜੀ, ਜੇ ਕਿਸੇ ਨੇ ਦਰਸ਼ਨ ਕਰਨੇ ਹੋਣ। ਤੇ ਉਹਦੇ ਤੋਂ ਇਲਾਵਾ ਜਿਵੇਂ ਜਫਰਨਾਮਾ, ਉਹਦੇ ਨਾਲ ਹੀ ਫਤਿਹਨਾਮਾ ਨਾਂ ਦੀ ਇੱਕ ਬਾਣੀ ਵੀ ਸਤਿਗੁਰੂ ਜੀ ਦੀ ਮਿਲਦੀ ਹੈ ਤੇ ਬ੍ਰਹਮ ਕਵਚ ਹੈ, ਉਹ ਵੀ ਸਤਿਗੁਰੂ ਜੀ ਦੀ ਰਚਨਾ ਹੈ ਜੋ ਹੱਥ ਲਿਖਤ ਪੋਥੀਆਂ ਦੇ ਵਿੱਚ ਦਰਜ ਮਿਲਦੀ ਹੈ। ਔਰ ਸਤਿਗੁਰੂ ਜੀ ਦੇ ਪਾਵਨ ਤਖਤ ਉੱਤੇ ਸੁਭਾਏਵਾਨ ਜੋ ਸ਼ਾਸਤਰ ਨੇ ਉਹਨਾਂ ਦੇ ਉੱਤੇ ਵੀ ਉਕਰੀ ਮਿਲਦੀ ਹੈ। ਸਤਿਗੁਰੂ ਜੀ ਦੀਆਂ ਅਨੇਕ ਐਸੀਆਂ ਰਚਨਾਵਾਂ ਨੇ ਜਿਹੜੀਆਂ ਹਜੇ ਸਾਡੇ ਦਰਸ਼ਨ ਅਗੋਚਰੀ ਜ਼ਰੂਰ ਆਉਣੀਆਂ ਚਾਹੀਦੀਆਂ। ਬੜੇ ਹੀ ਕੀਮਤੀ ਵਿਚਾਰਾਂ ਦੇ ਨਾਲ, ਪ੍ਰਮਾਣਾਂ ਦੇ ਨਾਲ, ਹਵਾਲਿਆਂ ਦੇ ਨਾਲ ਆਪ ਸਰਬੱਤ ਸੰਗਤਾਂ ਨੂੰ ਵਿਦਵਾਨ ਜਨਾਂ ਨੇ ਦਸਮ ਗ੍ਰੰਥ ਸਾਹਿਬ ਦੀਆਂ ਬੀੜਾਂ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਹੁਣ ਅਖੀਰ ਦੇ ਵਿੱਚ ਇੱਕ ਜਿਹੜਾ ਸਵਾਲ ਹੈ ਕਿ ਮੌਜੂਦਾ ਸਮੇਂ ਦੇ ਜੋ ਦਸਮ ਗ੍ਰੰਥ ਸਾਹਿਬ ਦੀਆਂ ਬੀੜਾਂ ਹਨ, ਇਹਨਾਂ ਬੀੜਾਂ ਦੀ ਕਿਤੇ ਛਪਾਈ ਪ੍ਰਕਾਸ਼ਨਾਵਾਂ ਕਿਹਨਾਂ ਅਦਾਰਿਆਂ ਵੱਲੋਂ ਹੋ ਰਹੀ ਹੈ? ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਪਾਵਨ ਬੀੜਾਂ ਨੇ ਜੀ, ਇਹਨਾਂ ਦੀ ਛਪਵਾਈ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਉਹਨਾਂ ਵੱਲੋਂ ਕੀਤੀ ਗਈ ਹੈ। ਪਹਿਲਾਂ ਲੜੀਵਾਰ ਸਰੂਪ ਤੇ ਲੜੀਵਾਰ ਭਾਗ, ਦੋ ਭਾਗਾਂ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਛਪਵਾਈ ਗਈ। ਉਸ ਤੋਂ ਬਾਅਦ ਬਹੁਤ ਹੀ ਅਦਭੁਤ ਵਿਚਾਰ ਦੇ ਨਾਲ ਪਦਸ਼ਿਦ ਭਾਗ ਛਪਵਾਏ ਗਏ ਨੇ। ਹਜ਼ੂਰੀ ਟਕਸਾਲ ਵੱਲੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ 10 ਗ੍ਰੰਥੀ ਹੈ ਉਹ ਪ੍ਰਕਾਸ਼ਿਤ ਕੀਤੀ ਗਈ ਹੈ।
ਇੰਟਰਨੈਟ ਤੇ ਵੀ ਮਿਲਦੀ ਹੈ, ਸਫੋਟਕ ਗੁਰਬਾਣੀਆਂ ਵੀ ਉਹ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਇਸੇ ਤਰੀਕੇ ਨਾਲ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਉਹ ਮਹਾਂਪੁਰਖ ਵੀ 10ਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਛਪਵਾ ਕਰਕੇ ਸਿੱਖ ਸੰਗਤਾਂ ਨੂੰ ਇਹ ਵਿੱਚ ਪਹੁੰਚਾ ਰਹੇ ਨੇ। ਦਮਦਮੀ ਟਕਸਾਲ ਵੱਲੋਂ ਵੀ ਸਮੇਂ-ਸਮੇਂ 'ਤੇ ਵਿਸ਼ੇਸ਼ ਉਪਰਾਲਾ ਕੀਤਾ ਜਾਂਦਾ ਰਿਹਾ ਹੈ। ਹੁਣ ਵੀ 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਛਪਵਾ ਕੇ ਸਿੱਖ ਜਗਤ ਵਿੱਚ ਪਹੁੰਚਾਈ ਜਾ ਰਹੀ ਹੈ। ਭਾਈ ਅਨਭੋਲ ਸਿੰਘ ਜੀ ਦੀਵਾਨਾ ਜੀ, ਉਹਨਾਂ ਵੱਲੋਂ ਵੀ 10ਵੇਂ ਪਾਤਸ਼ਾਹ ਜੀ ਦੀ ਜੋ ਪਾਵਨ ਬੀੜ ਹੈ, ਪਾਵਨ ਬਾਣੀ ਹੈ, ਉਹ 2 ਭਾਗਾਂ ਵਿੱਚ ਬੜੀ ਮਿਹਨਤ ਨਾਲ ਛਪਵਾਈ ਹੈ। ਨਾਮਧਾਰੀ ਪੰਥ ਵੱਲੋਂ ਵੀ 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਛਪਵਾ ਕਰਕੇ ਤੇ ਸਿੱਖ ਜਗਤ ਦੇ ਵਿੱਚ ਪਹੁੰਚਾਈ ਜਾ ਰਹੀ ਹੈ। ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਅਦਾਰੇ ਨੇ ਜਿਨ੍ਹਾਂ ਵੱਲੋਂ 10ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ, ਜਿਵੇਂ ਭਾਈ ਚਤਰ ਸਿੰਘ ਜੀ, ਸ਼੍ਰੋਮਣੀ ਕਮੇਟੀ ਵੱਲੋਂ ਭਾਈ ਚਤਰ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਇਸੇ ਤਰ੍ਹਾਂ ਭਾਈ ਜਵਾਹਰ ਸਿੰਘ ਜੀ, ਇਸੇ ਤਰ੍ਹਾਂ 10 ਗ੍ਰੰਥੀ ਦੀਆਂ ਜੋ ਪਾਵਨ ਬਾਣੀਆਂ ਨੇ ਉਹ ਸਿੱਖ ਪੰਥ ਦੀ ਸਤਿਕਾਰਯੋਗ ਜਥੇਬੰਦੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਵੀ ਛਪਵਾਈਆਂ ਜਾ ਰਹੀਆਂ ਨੇ। ਤਰਨਾ ਦਲ ਮਿਸਲ ਸ਼ਹੀਦਾਂ ਵੱਲੋਂ ਵੀ 10ਵੇਂ ਪਾਤਸ਼ਾਹ ਜੀ ਦੀਆਂ ਪਾਵਨ ਗੁਰਬਾਣੀਆਂ, ਭਾਵੇਂ ਉਹ ਗੁਟਕਾ ਸਾਹਿਬ ਵਿੱਚ, ਭਾਵੇਂ ਉਹ ਪੋਥੀ ਸਾਹਿਬ ਦੇ ਰੂਪ ਵਿੱਚ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵੀ ਇਹ ਪਾਵਨ ਗੁਰਬਾਣੀਆਂ ਦਾ ਪ੍ਰਚਾਰ ਸਮੇਂ-ਸਮੇਂ ਤੇ ਕੀਤਾ ਜਾਂਦਾ ਰਿਹਾ ਹੈ ਤੇ ਹੁਣ ਵੀ ਕਰ ਰਹੇ ਨੇ। ਦਲ ਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ ਵੀ 10ਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਭਾਗ ਛਪਾਉਣ ਦੀ ਸੇਵਾ ਹੋਵੇ, ਭਾਵੇਂ ਗੁਟਕਾ ਸਾਹਿਬ ਦੇ ਰੂਪ ਵਿੱਚ, ਉਹ ਬਾਣੀਆਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ। ਜੀ, ਅਖੀਰ ਦੇ ਵਿੱਚ ਸਿੱਖ ਸੰਗਤਾਂ ਨੂੰ ਆਪ ਜੀ ਕੀ ਸੰਦੇਸ਼ ਦੇਣਾ ਚਾਹੋਗੇ ਜੀ? ਸਿੱਖ ਸੰਗਤਾਂ ਨੂੰ ਇਹੀ ਸੰਦੇਸ਼ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਸਾਰੇ ਹੀ ਇਕੱਤਰਿਤ ਹੋ ਕਰਕੇ 10ਵੇਂ ਪਾਤਸ਼ਾਹ ਜੀ ਦੀ ਜੋ ਪਾਵਨ ਗੁਰਬਾਣੀ ਹੈ ਉਹਨੂੰ ਪੜ੍ਹ ਕੇ, ਸੁਣ ਕੇ, ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸਫਲਿਆਂ ਕਰੀਏ। ਅਤੇ ਨੌਜਵਾਨਾਂ ਵਿੱਚ ਜੋ ਘਾਟ ਆ ਰਹੀ ਹੈ, ਜੋ ਪੁਰਾਤਨ ਬਜ਼ੁਰਗ ਨੇ ਉਹ ਤੇ ਹੈ ਹੀ ਨੇ, ਨੌਜਵਾਨ ਸਿੱਖ ਵਿਦਵਾਨਾਂ ਦੇ ਕੋਲ ਪਹੁੰਚ ਕਰਕੇ ਪੁਰਾਤਨ ਬੀੜਾਂ ਦੇ ਦਰਸ਼ਨ ਕਰਨ ਅਤੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਵਿੱਚ ਇਹ ਲਾਲਸਾ ਜਾਗੇਗੀ ਵੀ ਪੁਰਾਣੇ ਗੁਰੂ ਕੇ ਸਿੱਖ ਕਿਵੇਂ ਬਾਣੀ ਉਚਾਰਦੇ ਰਹੇ ਨੇ, ਕਿਵੇਂ ਬਾਣੀ ਲਿਖਦੇ ਰਹੇ ਨੇ, ਸੱਚੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਗੁਰਬਾਣੀ ਨੂੰ ਸੱਤ ਕਰਕੇ ਮੰਨਦੇ ਰਹੇ ਨੇ ਅਤੇ ਵਿਦਵਾਨ ਜਨਾਂ ਦੇ ਪਾਸੋਂ ਸੰਥਿਆ ਕਰਕੇ ਗੁਰਬਾਣੀ ਦੇ ਗੋਹਜ ਭੇਦ ਸਮਝ ਕਰਕੇ, ਕਿਉਂਕਿ ਗੁਰਬਾਣੀ ਦੇ ਸਾਰੇ ਇਸ਼ਾਰੇ ਸਮਝੇ ਨਹੀਂ ਜਾ ਸਕਦੇ, ਅਰਥ ਸਾਰੇ ਸੰਪੂਰਨ ਤੌਰ ਤੇ ਸ਼ੁੱਧ ਨਹੀਂ ਕੀਤੇ ਜਾ ਸਕਦੇ, ਪਰ ਜਿੰਨਾ ਵੀ ਕੁਝ ਪੁਰਖਿਆਂ ਤੋਂ ਵਿਦਵਾਨਾਂ ਨੂੰ ਮਿਲਿਆ ਹੈ ਉਹ ਸਾਰਾ ਕੁਝ ਸਾਨੂੰ ਵਿਦਵਾਨਾਂ ਦੇ ਕੋਲੋਂ ਲੈਣਾ ਚਾਹੀਦਾ ਹੈ ਤਾਂ ਕਿ ਇਹ ਜੋ ਭੰਡਾਰਾ ਹੈ ਇਹ ਸਾਡਾ ਸਾਂਭਿਆ ਰਵੇ ਅਤੇ ਅੱਗੇ ਤੋਂ ਅੱਗੇ ਗੁਰੂ ਕੇ ਪੰਥ ਖਾਲਸੇ ਵਿੱਚ ਇਹ ਭੰਡਾਰਾ ਚੱਲਦਾ ਰਵੇ, ਪੰਥ ਖਾਲਸੇ ਵਿੱਚ ਕ੍ਰਾਂਤੀ ਰਵੇ, ਪੰਥ ਖਾਲਸਾ ਚੜ੍ਹਦੀਆਂ ਕਲਾ ਦੇ ਵਿੱਚ ਹਰੇਕ ਮੁਸ਼ਕਲ ਦੇ ਨਾਲ ਜੂਝਦਾ ਰਵੇ। ਇਹ ਅਸੀਂ ਸਾਰੀਆਂ ਸਿੱਖ ਸੰਗਤਾਂ ਨੂੰ ਦਵੇਂ ਹੱਥ ਜੋੜ ਕਰਕੇ ਬੇਨਤੀ ਕਰਦੇ ਹਾਂ ਜੀ। ਦਰਸ਼ਕੋ, ਪ੍ਰੋਗਰਾਮ ਦੇ ਦੂਜੇ ਸੈਸ਼ਨ ਦੇ ਵਿੱਚ ਵਿਦਵਾਨ ਜਨਾਂ ਨੇ ਕਈ ਪੁਰਾਤਨ ਬੀੜਾਂ ਦੀ ਵਿਸ਼ੇਸ਼ਤਾ ਦਰਸਾਈ ਹੈ, ਜਿਹਦੇ ਵਿੱਚ ਕਈ ਬਾਣੀਆਂ, ਉਗਰਦੰਤੀ, ਗੋਬਿੰਦ ਗੀਤਾ, ਬ੍ਰਹਮ ਕਵਚ ਇਤਿਆਦਿਕ ਸੁਨਹਿਰੀ ਬੀੜਾਂ ਦੀ ਮਹੱਤਤਾ, ਵਿਸ਼ੇਸ਼ਤਾ ਤੇ ਕਈ ਪੱਖਾਂ ਨੂੰ ਸਾਹਮਣੇ ਲਿਆ ਕੇ ਪੇਸ਼ ਕੀਤਾ ਹੈ। ਕਿੱਥੇ ਕਿੱਥੇ ਦਸਮ ਬਾਣੀ ਦੇ ਅੱਗੇ ਜਿਹੜੇ ਸਰੂਪ ਤਿਆਰ ਹੋ ਰਹੇ ਹਨ ਤੇ ਕਈ ਅਹਿਮ ਜਿਹੜੀਆਂ ਭਾਈ ਮਨੀ ਸਿੰਘ ਜੀ ਦੀ ਭਾਵੇਂ ਉਹ ਚਿੱਠੀ ਹੋਵੇ ਤੇ ਭਾਵੇਂ ਕਿਸੇ ਵੋਟੀ ਵੱਲੋਂ ਲਿਖਿਆ ਗਿਆ ਸਰੂਪ ਹੋਵੇ, ਉਹਨਾਂ ਸਭ ਬਾਰੇ ਚਾਨਣਾ ਪਾਇਆ ਤੇ ਇਹ ਜਿਹੜਾ ਪ੍ਰੋਗਰਾਮ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇਕੱਲਾ ਹੁਣ ਪ੍ਰੋਗਰਾਮ ਨਹੀਂ, ਇਹ ਇੱਕ ਇਤਿਹਾਸਿਕ ਦਸਤਾਵੇਜ਼ ਬਣ ਚੁੱਕਾ ਹੈ। ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਇੰਨੇ ਗੁਰਮਤ ਮਾਰਤੰਡ ਵਿਦਵਾਨ ਉਹਨਾਂ ਨੂੰ ਲਿਆਉਣ ਦਾ ਜਿਹੜਾ ਸਿਹਰਾ ਹੈ ਉਹ ਗਿਆਨੀ ਗੁਰਜਨ ਸਿੰਘ ਜੀ, ਮੁਖੀ ਪੁਰਾਤਨ ਗ੍ਰੰਥ ਸੰਭਾਲ ਸੇਵਾ ਸੁਸਾਇਟੀ ਪਟਿਆਲਾ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ। ਆਏ ਸਾਰੇ ਹੀ ਗੁਰਮਤ ਮਾਰਤੰਡ ਵਿਦਵਾਨਾਂ ਦਾ ਧੰਨਵਾਦ। ਅੱਗੇ ਇਸ ਪ੍ਰੋਗਰਾਮ ਤੋਂ ਇਲਾਵਾ ਨਵੇਂ ਵਿਸ਼ੇ ਨਾਲ ਆਪ ਜੀ ਦੇ ਸਾਹਮਣੇ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।